ट्रैवल सर्विसेज प्रोड्यूसर ਉਸ ਤੋਂ ਬਾਅਦ ਸ਼ੋ ਆਰਗੇਨਾਈਜ਼ਰਸ 24 ਘੰਟੇ ਦਾ ਸਮਾਂ ਪੂਰਾ ਪੈ ਜਾਂਦਾ 2007 ਦੇ ਵਿੱਚ ਅਸੀਂ ਸ਼ੁਰੂ ਕੀਤੀ ਸੀਗੀ ਕੋਈ ਇੰਨੇ ਸੋਰਸਿਸ ਵੀ ਨਹੀਂ ਸੀਗੇ ਕਿ ਅਸੀਂ 1 to 1 ਲੋਕਾਂ ਤੱਕ ਰੀਚ ਪਹੁੰਚਾਈਏ ਆਪਣੀ ਫੈਮਿਲੀ ਸਪੋਰਟ ਤੋਂ ਬਗੈਰ ਵਾਸ ਗੋਇੰਗ ਟੂ ਬੀ ਰੀਅਲੀ ਟਫ ट्रैवल इंडस्ट्री पिछले कुछ सालों ਵਿੱਚ ਬਹੁਤ ਇਸਨੇ ਉਠਾਪਟਕ ਦੇਖੀ ਹੈ ਤੁਸੀਂ ਆਨਲਾਈਨ ਤੋਂ ਟਿਕਟਸ ਵਗੈਰਾ ਬਾਈ ਕਰ ਸਕਦੇ ਹੋ ਤੇ ਕਸਟਮਰਸ ਸਾਡੇ ਕੋਲ ਆਪਾਂ ਬੈਠਦੇ ਆ ਇਟਸ ਸਮਾਲ ਫੈਮਿਲੀ ਗਰੁੱਪ ਬਣ ਗਿਆ ਹੈ ਉਹ ਵੀ ਲੋਕ ਮੌਜੂਦ ਨੇ ਜੋ ਕਿ ਫੇਕ ਵੈਬਸਾਈਟਸ ਬਣਾ ਕੇ ਟਿਕਟ ਬਹੁਤ ਘੱਟ ਪ੍ਰਾਈਸ ਤੇ ਉਹਨਾਂ ਨੂੰ ਆਫਰ ਕਰਨਾ ਔਰ ਜਦੋਂ ਪਹੁੰਚਦੇ ਨੇ 에ਅਰਪੋਰਟ ਤੇ ਪਤਾ ਚੱਲਦਾ ਕਿ ਉਹਨਾਂ ਦੀ ਟਿਕਟ ਕਨਫਰਮ ਹੀ ਨਹੀਂ ਹੈ AI ਜਨਰੇਟ ਕਰ ਰਹੀ ਹੈ ਅੱਜਕੱਲ ਗੋਇੰਗ ਬਿਜ਼ਨਸ ਕਮਿੰਗ ਪ੍ਰੀਮੀਅਮ ਇਕਨੋਮੀ ਉਹ ਪ੍ਰਾਈਸਿੰਗ ਫਲਕਚੁਏਟ ਕਰ ਜਾਂਦੇ ਉੱਥੇ ਕ੍ਰੈਡਿਟ ਕਾਰਡ ਸੈਲ ਹੋ ਗਿਆ ਉਹਨਾਂ ਦੀ ਇਨਫੋਰਮੇਸ਼ਨ ਸੈਲ ਹੋ ਗਈ ਪ੍ਰੋਡਿਊਸਰ ਕਿਵੇਂ ਬਣ ਗਏ ਸ਼ੋ ਆਰਗੇਨਾਈਜ਼ਰ ਕਿਵੇਂ ਬਣ ਗਏ ਪੰਜਾਬੀ ਮੂਵੀਜ਼ ਦੇ ਵਿੱਚ ਮੈਨੂੰ ਲੱਗਿਆ ਕਿ ਦ ਵਾਈ ਡੋਂਟ ਵੀ ਆਈ ਸ਼ੁੱਡ ਟਰਾਈ ਕਮਿਊਨਿਟੀ ਹੈ ਜਾਂ ਕਲਚਰ ਹੈ ਉਹਨੂੰ ਕਿੱਦਾਂ ਪ੍ਰਮੋਟ ਕੀਤਾ ਜਾ ਸਕਦਾ ਵੀ ਡੂ ਹਿੰਦੀ ਸ਼ੋਜ਼ ਪੰਜਾਬੀ ਐਂਡ ਪਾਕਿਸਤਾਨੀ ਆਰਟਿਸਟ ਸ਼ੋਜ਼ ਈਅਰਲੀ ਐਟ ਲੀਸਟ 5 to 7 ਸ਼ੋਜ਼ ਹੋ ਜਾਂਦੇ ਹੈਗੇ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਹਾਂ ਭਲਿੰਦਰ ਸਿੰਘ ਵਿਰਮਾਨੀ ਪ੍ਰੋਗਰਾਮ ਦ ਬਿਗ ਪੁਆਇੰਟ ਵਿੱਚ ਇੱਕ ਵਾਰ ਫਿਰ ਤੁਹਾਡਾ ਬਹੁਤ ਸਵਾਗਤ ਹੈ ਹਮੇਸ਼ਾ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਪ੍ਰੋਗਰਾਮ ਦ ਬਿਗ ਪੁਆਇੰਟ ਦੇ ਜ਼ਰੀਏ ਕੁਝ ਅਜਿਹੇ ਲੋਕਾਂ ਨਾਲ ਤੁਹਾਡੀ ਮੁਲਾਕਾਤ ਕਰਾਈਏ ਜਿਨ੍ਹਾਂ ਨੇ ਆਪਣੀ ਅਣਥੱਕ ਮਿਹਨਤ ਸਦਕਾ ਇੱਕ ਵੱਖਰਾ ਮੁਕਾਮ ਹਾਸਲ ਕੀਤਾ ਔਰ ਅੱਜ ਨਾ ਸਿਰਫ ਲੋਕਾਂ ਨੂੰ ਇੱਕ ਨਵੀਂ ਸੇਧ ਦੇ ਰਹੇ ਨੇ ਬਲਕਿ ਯੰਗਸਟਰਸ ਲਈ ਵੀ ਇੱਕ ਮਿਸਾਲ ਬਣ ਰਹੇ ਨੇ ਸੋ ਅੱਜ ਮੈਂ ਪਹੁੰਚਿਆ ਹੋਇਆ ਅਮਰੀਕਾ ਦੇ ਵਾਸ਼ਿੰਗਟਨ ਸਟੇਟ ਦੇ ਸਿਆਟਲ ਸ਼ਹਿਰ ਵਿੱਚ ਔਰ ਅੱਜ ਜੋ ਮੇਰੇ ਨਾਲ ਮੁਖਾਤਿਬ ਹੋ ਰਹੇ ਨੇ ਜੀ ਹਾਂ ਬੜੀ ਖਾਸ ਪਰਸਨੈਲਿਟੀ ਨੇ ਬੜੀ ਖਾਸ ਸ਼ਖਸੀਅਤ ਨੇ ਕਿਉਂਕਿ ਉਹ ਜਿਵੇਂ ਤੁਸੀਂ ਮੇਰੇ ਦੇਖ ਰਹੇ ਹੋ ਆਸ-ਪਾਸ ਜਹਾਜ਼ ਖੜੇ ਨੇ ਹਵਾਈ ਜਹਾਜ਼ ਖੜੇ ਨੇ ਸੋ ਲੋਕਾਂ ਨੂੰ ਹਵਾਈ ਜਹਾਜ਼ ਦੀ ਸੈਰ ਕਰਵਾਉਂਦੇ ਨੇ ਨਾਲ ਹੀ ਨਾਲ ਪ੍ਰੋਡਿਊਸਰ ਵੀ ਨੇ ਔਰ ਸ਼ੋ ਆਰਗੇਨਾਈਜ਼ਰ ਵੀ ਨੇ ਜੀ ਹਾਂ ਅੱਜ ਸਾਡੇ ਨਾਲ ਮੁਖਾਤਿਬ ਹੋ ਰਹੇ ਨੇ ਦ ਬਿਗ ਪੁਆਇੰਟ ਵਿੱਚ ਅਮਿਤ ਜੁਨੇਜਾ ਜੀ ਤੁਹਾਡਾ ਬਹੁਤ ਸਵਾਗਤ ਹੈ ਬਹੁਤ ਸ਼ੁਕਰੀਆ ਸਾਨੂੰ ਆਪਣਾ ਕੀਮਤੀ ਸਮਾਂ ਦੇਣ ਦੇ ਲਈ ਸਤਿ ਸ਼੍ਰੀ ਅਕਾਲ ਮੈਂ ਅਮਿਤ ਜੁਨੇਜਾ ਸਿਆਟਲ ਵਾਸ਼ਿੰਗਟਨ ਤੇ ਥੈਂਕ ਯੂ ਤੁਹਾਡਾ ਮਿਸਟਰ ਵਿਮਾਨੀ ਜੀ ਫਰੋਮ ਵੀ ਮੀਡੀਆ ਤੁਸੀਂ ਇੱਥੇ ਪਹੁੰਚੇ ਹੋ ਸਾਡੇ 1 to 1 ਫੇਸ ਟੂ ਫੇਸ ਦਾ ਤੁਸੀਂ ਮੁਲਾਕਾਤ ਵਾਸਤੇ ਸਾਡੀ ਖੁਸ਼ਕਿਸਮਤੀ ਕਿ ਤੁਸੀਂ ਸਾਨੂੰ ਆਪਣਾ ਸਮਾਂ ਦਿੱਤਾ ਹੈ ਔਰ ਅਮਿਤ ਜੁਨੇਜਾ ਜੀ ਬਾਰੇ ਦੱਸਾਂਗਾ ਕਿਉਂਕਿ ਫਾਊਂਡਰ ਨੇ USA ਟਰੈਵਲ ਸਰਵਿਸਿਜ਼ ਦੇ ਔਰ ਨਾਲ ਹੀ ਨਾਲ ਇਹਨਾਂ ਦੀਆਂ ਆਪਣੀਆਂ ਅਲੱਗ-ਅਲੱਗ ਕੰਪਨੀਆਂ ਨੇ ਜਿਸ ਦੇ ਥਰੂ ਪੰਜਾਬੀ ਫਿਲਮਾਂ ਨੂੰ ਪ੍ਰੋਡਿਊਸ ਕਰਦੇ ਨੇ ਔਰ ਨਾਲ ਹੀ ਇੱਥੇ ਜਿਹੜੇ ਸ਼ੋ ਆਰਗੇਨਾਈਜ਼ਰ ਦੇ ਤੌਰ ਤੇ ਵੀ ਇਹਨਾਂ ਦਾ ਨਾਮ ਬੜਾ ਫਖਰ ਨਾਲ ਲਿਆ ਜਾਂਦਾ ਹੈ ਸੋ ਅਮਿਤ ਜੀ ਸਭ ਤੋਂ ਪਹਿਲਾਂ ਤਾਂ ਜ਼ਰੂਰ ਟਰੈਵਲ ਸਰਵਿਸਿਜ਼ ਪ੍ਰੋਡਿਊਸਰ ਉਸ ਤੋਂ ਬਾਅਦ ਸ਼ੋ ਆਰਗੇਨਾਈਜ਼ਰਸ 24 ਘੰਟੇ ਦਾ ਸਮਾਂ ਪੂਰਾ ਪੈ ਜਾਂਦਾ ਮੇਰਾ ਮੈਂ ਬ੍ਰਦਰ ਹਮੇਸ਼ਾ ਇਹੀ ਕਹਿੰਦਾ ਹੈ ਕਿ ਲਾਈਕ ਜਿਹੜੀ ਕੰਟਰੀ ਦੇ ਵਿੱਚ ਤੁਸੀਂ ਹੁਣ ਇਸ ਵੇਲੇ ਸਾਡਾ ਸੌਣ ਦਾ ਟਾਈਮ ਹੈ ਬਟ ਕਿਸੇ ਕੰਟਰੀ ਦੇ ਵਿੱਚ ਸਵੇਰ ਹੈ ਉੱਥੇ ਤੇਰਾ ਕੋਈ ਨਾ ਕੋਈ ਕੰਮ ਚੱਲ ਰਿਹਾ ਹੋਣਾ ਜਾਂ ਬਿਜ਼ਨਸ ਮੀਟਿੰਗ ਜਾਂ ਬਿਜ਼ਨਸ ਪੁਆਇੰਟ ਦੇ ਵਿੱਚ ਚੱਲ ਰਿਹਾ ਹੋਣਾ ਬਟ ਨਹੀਂ ਸੀਰੀਅਸਲੀ ਲਾਈਕ 7-8 ਘੰਟੇ ਕੰਮ ਕਰਕੇ ਵੀ ਮੈਨੇਜ ਐਵਰੀਥਿੰਗ ਅੱਜ ਕੱਲ੍ਹ ਸੋਸ਼ਲ ਮੀਡੀਆ ਆਨਲਾਈਨ ਫੋਨ ਸਰਵਿਸਿਜ਼ ਇੰਨੀਆਂ ਹੈਗੀਆਂ 7-8 ਘੰਟੇ ਦੇ ਵਿੱਚ ਕੰਮ ਸਾਰਾ ਕਵਰ ਹੋ ਜਾਂਦਾ ਤੇ ਬਾਅਦ ਵਿੱਚ ਫਿਰ ਫੈਮਿਲੀ ਟਾਈਮ ਸਪੈਂਡ ਕਰ ਲਈਦਾ ਜੀ ਟਰੈਵਲ ਸਰਵਿਸਿਜ਼ ਦੀ ਗੱਲ ਕਰੀਏ ਕਿਉਂਕਿ ਮੇਨ ਤੁਹਾਡਾ ਬ੍ਰੈਡ ਐਂਡ ਬਟਰ ਟਰੈਵਲ ਸਰਵਿਸ ਹੈ ਬਿਲਕੁਲ ਸਭ ਤੋਂ ਪਹਿਲਾਂ ਇੱਥੋਂ ਦੀ ਸ਼ੁਰੂ ਕਰਾਂਗੇ ਕਿ US ਟਰੈਵਲ ਕਦੋਂ ਹੋਂਦ ਵਿੱਚ ਆਇਆ ਔਰ ਕਿੰਨੀ ਪੁਰਾਣੀ ਇਹ ਕੰਪਨੀ ਹੈ USA ਟਰੈਵਲ 2007 ਦੇ ਵਿੱਚ ਅਸੀਂ ਸ਼ੁਰੂ ਕੀਤੀ ਸੀਗੀ ਮੈਂ ਤੇ ਮੇਰੀ ਵਾਈਫ ਜੀ ਇਟਸ ਹੈਕ ਆਫ ਦ ਜਰਨੀ ਇੱਥੇ ਤੱਕ ਪਹੁੰਚਣਾ ਐਂਡ ਉਸ ਟਾਈਮ ਤੇ ਕੋਈ ਇੰਨੇ ਸੋਰਸਿਸ ਵੀ ਨਹੀਂ ਸੀਗੇ ਕਿ ਅਸੀਂ 1 to 1 ਲੋਕਾਂ ਤੱਕ ਰੀਚ ਪਹੁੰਚਾਈਏ ਆਪਣੀ ਕਿ ਅਸੀਂ ਟਰੈਵਲ ਏਜੰਸੀ ਦੇ ਵਿੱਚ ਅਸੀਂ ਇਹ ਸਰਵਿਸ ਪ੍ਰੋਵਾਈਡ ਕਰਦੇ ਹਾਂ ਸਾਡੀ ਸਰਵਿਸਿਜ਼ ਕਿੱਦਾਂ ਦੀਆਂ ਹੈਗੀਆਂ ਸੋ ਇਟਸ 1 to 1 ਬੇਸਿਸ ਦੈਟ ਟਾਈਮ ਨਿਊਜ਼ਪੇਪਰਸ ਹੁੰਦੇ ਸੀਗੇ ਜਿਹੜੇ ਮੰਥ ਵਿੱਚ ਇੱਕ ਵਾਰੀ ਪ੍ਰਿੰਟਿੰਗ ਹੁੰਦਾ ਸੀਗਾ ਜੀ ਸੋ ਪਬਲਿਕ ਤੱਕ ਅਸੀਂ ਕਿੱਦਾਂ ਰੀਚ ਪਹੁੰਚਾਉਣੀ ਸੀਗੀ ਆਪਣੀ ਦੈਟ ਵਾਜ਼ ਦਾ ਓਨਲੀ ਮੋਟੋ ਕਿ ਆਪਾਂ 1 to 1 ਜਦੋਂ ਕਲਾਇੰਟਸ ਨੂੰ ਅਸੀਂ ਸਰਵਿਸ ਦੇ ਦਿੰਦੇ ਹਾਂ ਜੀ ਤੇ ਉਹ 1 to 1 ਫਿਰ ਰੀਚ ਪਹੁੰਚਦੀ ਹੈਗੀ ਆ ਉੱਥੇ ਬਿਲਕੁਲ ਡੈਫੀਨੇਟਲੀ ਗੱਲ ਹੈ ਪਰ ਅੱਜ ਟਰੈਵਲ ਏਜੰਸੀਜ਼ ਟਰੈਵਲ ਕੰਸਲਟੈਂਟਸ ਇੱਕ ਅਲੱਗ ਮੁਕਾਮ ਤੇ ਵੀ ਪਹੁੰਚ ਚੁੱਕੇ ਨੇ ਲੋਕਾਂ ਨੂੰ ਹਵਾਈ ਜਹਾਜ਼ ਰਾਹੀਂ ਵੀ ਇੱਥੇ ਪਹੁੰਚਾਉਂਦੇ ਨੇ ਔਰ ਜੰਗਲਾਂ ਤੋਂ ਵੀ ਪਹੁੰਚਾਉਂਦੇ ਨੇ ਸੋ ਤੁਸੀਂ ਹਵਾਈ ਜਹਾਜ਼ ਤੋਂ ਹੀ ਪਹੁੰਚਾਉਂਦੇ ਬਿਲਕੁਲ ਹਵਾਈ ਜਹਾਜ਼ ਦੇ ਥਰੂ ਜੰਗਲਾਂ ਦਾ ਕੋਈ ਕੰਮ ਨਹੀਂ ਜੰਗਲਾਂ ਦਾ ਕੋਈ ਕੰਮ ਨਹੀਂ ਹਵਾਈ ਜਹਾਜ਼ ਤੇ ਪਲੱਸ ਤੁਸੀਂ ਅੱਜ ਕੱਲ ਕਰੂਜ਼ ਸ਼ਿਪਸ ਲਗਾ ਸਕਦੇ ਹੋ ਤੁਸੀਂ ਕੀ ਹਾਂ ਬਿਲਕੁਲ ਕਿਉਂਕਿ ਲਗਜ਼ਰੀ ਟਰੈਵਲ ਹੈ ਉਹ ਲਗਜ਼ਰੀ ਟਰੈਵਲ ਹੈ ਔਰ ਲਗਜ਼ਰੀ ਟਰੈਵਲ ਵਿੱਚ ਬਹੁਤ ਸਾਰੀਆਂ ਚੀਜ਼ਾਂ ਜੁੜਦੀਆਂ ਨੇ ਔਰ ਕਿਸ ਤਰ੍ਹਾਂ ਅੱਜ ਲੋਕਾਂ ਨਾਲ ਫਰਾਡ ਹੋ ਰਹੇ ਨੇ ਇਹ ਵੀ ਇਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਪਰ ਤੁਹਾਡੇ ਨਾਲ ਥੋੜਾ ਪਿਛੋਕੜ ਅਸੀਂ ਜਾਣਨਾ ਚਾਹਾਂਗੇ ਕਿ ਅਮਰੀਕਾ ਨੇ ਤਾਂ ਬਹੁਤ ਸਵਾਗਤ ਕੀਤਾ ਤੁਹਾਡਾ ਅਸੀਂ ਦੇਖ ਰਹੇ ਹਾਂ USA ਟਰੈਵਲ ਨੇ ਬਹੁਤ ਬੁਲੰਦੀਆਂ ਹਾਸਲ ਕੀਤੀਆਂ ਨੇ ਪਰ ਪੰਜਾਬ ਤੋਂ ਕਿੱਥੋਂ ਹੈਗੇ ਤੁਸੀਂ ਬਿਲੋਂਗ ਮੈਂ ਬੌਰਨ ਜਲੰਧਰ ਗੜਾ ਜਲੰਧਰ ਤੋਂ ਜੀ 1980 ਦੇ ਵਿੱਚ ਬਰਥ ਹੋਇਆ
ਤੇ ਉਸ ਤੋਂ ਬਾਅਦ ਮਮ ਇਜ਼ ਰਿਟਾਇਰਡ ਟੀਚਰ ਰਾਈਟ ਨਾਓ ਜੀ ਮਮ ਟੀਚਰ ਤੇ ਡੈਡ ਬਿਜ਼ਨਸ ਵਿੱਚ ਸੀਗੇ ਆਈ ਹੈਵ 2 ਸਿਬਲਿੰਗਸ 2 ਬ੍ਰਦਰਸ ਜੀ ਇੱਕ ਇੰਡੀਆ ਦੇ ਵਿੱਚ ਡਾਕਟਰ ਹੈ ਇੱਕ ਬ੍ਰਦਰ ਕੈਲੀਫੋਰਨੀਆ ਦੇ ਵਿੱਚ ਐਜ਼ ਅ ਰੀਅਲ ਸਟੇਟ ਏਜੰਟ ਤੇ 2004 ਦੇ ਵਿੱਚ ਆਈ ਕੇਮ USA ਹਾਂਜੀ ਮਾਈ ਵਾਈਫ ਸ਼ੀ ਸਪਾਂਸਰਡ ਮੀ ਉਹ ਇੱਥੇ ਸੀਗੇ ਉਹਨਾਂ ਨੇ ਸਪਾਂਸਰ ਕੀਤਾ ਮੈਰਿਜ ਤੋਂ ਬਾਅਦ ਅਸੀਂ ਇੱਥੇ ਇਕੱਠੇ ਹੋਏ US ਵਿੱਚ ਆ ਕੇ ਅਮਰੀਕਾ ਨੇ ਕਿਸ ਤਰ੍ਹਾਂ ਦਾ ਸਵਾਗਤ ਕੀਤਾ ਅਮਰੀਕਾ ਦੇ ਵਿੱਚ ਵੈਲਕਮਿੰਗ ਆਈ ਗਾਟ 2 ਟਵਿਨ ਬॉयਜ਼ ਜਦੋਂ ਮੈਂ ਆਇਆ ਇੱਥੇ ਦੇ ਵਰ ਅਬਾਊਟ ਟੂ ਬੋਰਨ ਜੀ about 3-4 months ਬਾਅਦ born ਹੋਏ ਹੋ ਜੀ and with the family support my in-laws were there ਤੇ ਉਹਨਾਂ ਦੇ ਨਾਲ ਆ ਕੇ ਰਹਿਣਾ ਸ਼ੁਰੂ ਕੀਤਾ ਆ ਕੇ my wife is like ਉਹਨਾਂ ਨੇ ਸਟੱਡੀ ਇੱਥੇ ਕੰਪਲੀਟ ਕੀਤੀ ਆਪਣੀ ਯੂਨੀਵਰਸਿਟੀ ਆਫ ਵਾਸ਼ਿੰਗਟਨ ਤੋਂ ਤੇ it was a full support family support ਤੋਂ ਬਗੈਰ it was going to be really tough 2004 ਦੇ ਵਿੱਚ ਜਦੋਂ ਮੇਰੀ ਮੈਰਿਜ ਹੋਈ ਤੇ ਇੱਥੇ US ਵਿੱਚ ਆਣਾ ਸੀਗਾ ਮਮ ਡੈਡ ਹਮੇਸ਼ਾ ਉੱਥੇ ਮੂਵੀ ਆਈ ਸੀ ਹਰਭਜਨ ਮਾਨ ਦੀ ਇੱਕ ਉਹਦੇ 'ਚ ਦਿਖਾਇਆ ਸੀਗਾ ਕਿ ਪਰੌਂਠੇ ਜਿਹੜੇ ਹੈਗੇ ਆ ਅਮਰੀਕਾ ਕੈਨੇਡਾ ਦੇ ਵਿੱਚ ਫ੍ਰਿਜ ਦੇ ਵਿੱਚ ਹੁੰਦੇ ਆ ਹਾਂ ਫਰੋਜ਼ਨ ਪਰੌਂਠੇ ਤੇ ਕੱਢ ਕੇ ਖਾ ਲਿਓ ਜੀ ਜੀ ਮਮ ਵਾਸ ਆਲਵੇਜ਼ ਵੈਰੀਡ ਕਿ ਹੁਣ ਕੀ ਕਹਿੰਦੇ ਕਿ ਉੱਥੇ ਜਾ ਕੇ ਖਾਣਾ ਪੀਣਾ ਤੇ ਕਹਿੰਦੇ ਸਾਰਾ ਕੁਝ ਫਰੋਜ਼ਨ ਹੁੰਦਾ ਇੰਨਾ ਉਸ ਟਾਈਮ ਤੇ ਨਹੀਂ ਸੀਗਾ ਫਰੋਜ਼ਨ ਮਟੀਰੀਅਲ ਪਤਾ ਨਹੀਂ ਹੁੰਦਾ ਸੀ ਕੀ ਹੁੰਦਾ ਉਸ ਟਾਈਮ ਤੇ ਹਾਂਜੀ ਹਾਂਜੀ ਤੇ ਮੈਂ ਕਿਹਾ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਮੈਂ ਕਿਹਾ ਸਾਰੇ ਉੱਥੇ ਹੈਗੇ ਆ ਮਾਈ ਇਨ-ਲਾਜ਼ ਆਰ देयर ਮਾਈ ਵਾਈਫ ਮੋਨਿਕਾ ਇਜ਼ ਆਲਸੋ देयर ਤੇ ਇਟਸ ਗੋਨਾ ਬੀ ਫਾਈਨ ਬਟ ਉਹ ਇੱਕ ਫੈਮਿਲੀ ਦੇ ਵਿੱਚ ਜਦੋਂ ਕੋਈ ਫਸਟ ਟਾਈਮ ਕੋਈ ਫੈਮਿਲੀ ਦੇ ਵਿੱਚ ਪਹਿਲੀ ਵਾਰੀ ਕੋਈ ਜਾ ਰਿਹਾ ਆਈ ਵਾਸ ਦ ਫਸਟ ਵਨ ਤੇ ਉਸ ਟਾਈਮ ਤੇ ਥੋੜਾ ਜਿਹਾ ਸਾਰਿਆਂ ਨੂੰ ਡਰ ਤਾਂ ਲੱਗਦਾ ਹੀ ਸੀਗਾ ਕਿ ਲਾਈਕ ਹਾਊ ਆਈ ਐਮ ਗੋਨਾ ਬੀ ਸਰਵਾਈਵਿੰਗ देयर ਬਟ ਇੱਥੇ ਆ ਕੇ ਬਹੁਤ ਵੈਲਕਮ ਮਾਹੌਲ ਹੀ ਇਦਾਂ ਦਾ ਮਿਲਿਆ प्लस तो फिर वाइफ मोनिका जी ने गरम परांठे खिलाए या फिर फ्रोजन परांठे खिलाए नहीं वही इसे करके आजकल भी वही हाले तक भी वही टॉपिक चल रहा है कि आगे गरम परांठे मिलते रहे आई वाज लाइक सो सरप्राइज्ड टू सी कि इथे दा कल्चर किस तरह दा टोटली इंडिया हुन थोड़ा काफी डेवलप हो गया बट इन 2004 एंड if we take a look back it was not that compared to America हाँ जी बिल्कुल opportunities ਸੀਗੀਆਂ ਐਂਡ ਸੋ ਲੈਂਡ ਆਫ ਓਪਰਚੁਨਿਟੀਜ਼ ਸਹੀ ਅਮਰੀਕਾ ਨੂੰ ਕਿਹਾ ਜਾਂਦਾ ਹੈ ਪਰ ਤੁਹਾਨੂੰ ਓਪਰਚੁਨਿਟੀਜ਼ ਮਿਲੀਆਂ ਕਿਉਂਕਿ ਬਿਜ਼ਨਸ ਤਾਂ ਤੁਸੀਂ ਬਹੁਤ ਬਾਤ ਸ਼ੁਰੂ ਕੀਤਾ ਲੇਕਿਨ ਉਸ ਤੋਂ ਪਹਿਲਾਂ ਕੀ ਕੀਤਾ ਮੈਂ ਕੰਪਨੀ ਨਾਲ ਜੌਬ ਕਰਦਾ ਸੀਗਾ ਜੀ ਅਗੇਨ ਗੋ ਬੈਕ ਟੂ ਮਾਈ ਫਰਸਟ ਇਨਸੀਡੈਂਟ ਜਦੋਂ ਮੈਂ ਫਰਸਟ ਡੇ ਇੱਥੇ US ਵਿੱਚ ਆਇਆ ਲਾਈਕ ਨਿਊਜ਼ਪੇਪਰ ਪਿਆ ਹੋਇਆ ਸੀਗਾ ਘਰ ਮਾਈ ਇਨ-ਲਾਜ਼ ਦੇ ਘਰ ਤੇ ਉੱਥੇ ਮੈਂ ਦੇਖਿਆ ਲਾਈਕ ਆਪਣੇ ਪੰਜਾਬੀ ਕਮਿਊਨਿਟੀ ਦੇ ਕਿੰਨੇ ਮਤਲਬ ਮੈਂਬਰ ਸੀਗੇ ਜਿਨ੍ਹਾਂ ਦੀ ਫੋਟੋਜ਼ ਵਗੈਰਾ ਲੱਗੀਆਂ ਹੋਈਆਂ ਸੀਗੀਆਂ ਜੀ ਸਮਥਿੰਗ ਕਲਿਕ ਇਨਟੂ ਮਾਈ ਮਾਈਂਡ ਕਿ ਨਿਊਜ਼ਪੇਪਰ ਵਿੱਚ ਇੰਡੀਆ ਦੇ ਵਿੱਚ ਅਸੀਂ ਦੇਖਦੇ ਸੀਗੇ ਪਿਕਚਰਸ ਵਗੈਰਾ ਕਿਸੇ ਦੀ ਆਉਂਦੀਆਂ ਸੀਗੀਆਂ ਦੈਟ ਮੀਨਸ ਕਿ ਉਹ ਸੈਲੀਬ੍ਰਿਟੀ ਪਰਸਨ ਹੋਏਗਾ ਕਿ ਉਹਨਾਂ ਦੀਆਂ ਫੋਟੋਜ਼ ਆ ਰਹੀਆਂ ਐਂਡ ਇੱਥੇ ਆ ਕੇ ਮੈਨੂੰ ਪਤਾ ਲੱਗਿਆ ਕਿ ਲਾਈਕ ਫੋਟੋ ਜਦੋਂ ਦੇਖੀ ਮੈਨੂੰ ਲੱਗਿਆ ਕਿ ਲਾਈਕ ਦੇ ਡਿਡ ਸਮਥਿੰਗ ਇਨ देयर ਲਾਈਫ ਕਿ ਉਹਨਾਂ ਦਾ ਨਿਊਜ਼ਪੇਪਰ ਦੇ ਵਿੱਚ ਨਾਮ ਆ ਰਿਹਾ ਜਾਂ ਕੁਝ ਅਚੀਵਮੈਂਟਸ ਉਹਨਾਂ ਨੇ ਹਾਸਿਲ ਕੀਤੀਆਂ ਹੈਗੀਆਂ ਦੈਟ ਸਮਥਿੰਗ ਲਾਈਕ ਸਟੇਡ ਇਨ ਮਾਈ ਮਾਈਂਡ ਕਿ ਲਾਈਕ ਆਈ ਹੈਵ ਟੂ ਯੂ ਨੋ don't want to stuck at the same level like I want to raise myself so that in future ਮੈਨੂੰ ਵੀ ਲੱਗਿਆ ਕਿ ਹਾਂ ਮੈਂ ਵੀ ਕੁਝ ਕੀਤਾ and my family feel proud of it right ਕਿਉਂਕਿ ਜੌਬ ਤੁਹਾਨੂੰ ਇੱਕੋ ਸਟੇਟਸ ਪ੍ਰੋਵਾਈਡ ਕਰਦੀ ਹੈ ਲੇਕਿਨ ਤੁਸੀਂ ਜਦੋਂ ਬਿਜ਼ਨਸ ਚਾਹੁੰਦੇ ਹੋ ਤੁਸੀਂ ਹਰ ਰੋਜ਼ ਆਪਣੇ ਆਪ ਨੂੰ ਉੱਪਰ ਉੱਠਦਾ ਦੇਖ ਸਕਦੇ ਹੋ ਕਿ ਤੁਸੀਂ ਕਿੰਨਾ ਤੁਸੀਂ ਮਿਹਨਤ ਕਰ ਰਹੇ ਹੋ ਕਿੰਨਾ ਉਸ ਮਿਹਨਤ ਦਾ ਫਲ ਤੁਹਾਨੂੰ ਮਿਲ ਰਿਹਾ ਯੈਸ ਦੈਟਸ ਟਰੂ ਬਿਲਕੁਲ ਬਟ ਜੌਬ ਦੇ ਵਿੱਚ ਵੀ ਲਾਈਕ ਅਸੀਂ ਜੇ US ਵਿੱਚ ਦੇਖਿਆ ਜਾਏ ਇੰਡੀਆ ਦੇ ਵਿੱਚ ਵੀ ਦੇਖਿਆ ਜਾਏ ਲਾਈਕ CEO ਲੈਵਲਸ ਤੱਕ ਜੌਬਸ ਹੈਗੀਆਂ ਜਿਹੜੀਆਂ ਆਪਣੇ ਇੰਡੀਅਨਸ ਕਾਫੀ ਗੁੱਡ ਲੈਵਲ ਤੇ ਪਹੁੰਚੇ ਹੋਏ ਹੈਗੇ ਬਟ ਮਾਈ ਮਾਈਂਡ ਵਾਸ ਟੋਟਲੀ ਡਿਫਰੈਂਟ ਲਾਈਕ ਮਾਈ ਡੈਡ ਵਾਸ ਬਿਜ਼ਨਸਮੈਨ ਤੇ ਮੈਨੂੰ ਥੋੜਾ ਜਿਹਾ ਸੀਗਾ ਕਿ ਗੁੱਡੀ ਉੱਥੋਂ ਹੀ ਮਿਲੀ ਸੀ ਹਾਂ ਥੋੜਾ ਮੈਨੂੰ ਕਹਿ ਦਿੰਦੇ ਹਲੇ ਵੀ ਕਹਿੰਦੇ ਦਾਦਾ ਤੇ ਜਿਹੜੇ ਮੇਰੇ ਫਾਦਰ ਦੇ ਡੈਡ ਸੀਗੇ ਦਾਦਾ ਜੀ ਮੇਰੇ ਤੇ ਉਹਨਾਂ ਤੋਂ ਤੁਸੀਂ ਮਤਲਬ ਬਹੁਤ ਸਿੱਖਿਆ ਬਿਕਾਜ਼ ਆਈ ਵਾਸ ਟੂ ਕਲੋਜ਼ ਟੂ ਮਾਈ ਦਾਦਾ ਜੀ ਤੇ ਬਿਲਕੁਲ ਡੈਫੀਨਿਟਲੀ ਗੱਲ ਹੈ ਕਿ ਜਦੋਂ ਤੁਸੀਂ ਬਿਜ਼ਨਸ ਦੇਖਦੇ ਹੋ ਘਰ ਵਿੱਚ ਹੀ ਹੁੰਦਾ ਹੋਇਆ ਤੇ ਦਿਮਾਗ 'ਚ ਹੀ ਚੱਲਦਾ ਕਿ ਮੈਂ ਵੀ ਜੌਬ ਛੱਡ ਕੇ ਨਾ ਬਿਜ਼ਨਸ ਹੀ ਕਰਨਾ ਕਿਉਂਕਿ ਬਿਜ਼ਨਸ 'ਚ ਆਪਣੀ ਇੱਕ ਤਾਕਤ ਹੁੰਦੀ ਹੈ ਔਰ ਆਪਣਾ ਹੀ ਫਲ ਜਿਹੜਾ ਹੈਗਾ ਤੁਹਾਨੂੰ ਮਿਲਦਾ ਹੈ ਡੈਫੀਨਿਟਲੀ ਮਿਹਨਤ ਦਾ ਫਲ ਮਿਲਦਾ ਹੈ ਪਰ ਜਦੋਂ ਅਸੀਂ ਟਰੈਵਲ ਇੰਡਸਟਰੀ ਦੀ ਹੁਣ ਅਸੀਂ ਗੱਲ ਕਰਾਂਗੇ ਕਿਉਂਕਿ ਪਰਸਨਲ ਲਾਈਫ ਤਾਂ ਦੇਖ ਲਈ ਲੇਕਿਨ ਟਰੈਵਲ ਇੰਡਸਟਰੀ ਦੀ ਗੱਲ ਕਰੀਏ ਤਾਂ ਟਰੈਵਲ ਇੰਡਸਟਰੀ ਪਿਛਲੇ ਕੁਝ ਸਾਲਾਂ ਵਿੱਚ ਬਹੁਤ ਇਸਨੇ ਉਠਾਪਟਕ ਦੇਖੀ ਹੈ ਕੋਵਿਡ ਦੇ ਦੌਰਾਨ ਵੀ ਔਰ ਕੋਵਿਡ ਤੋਂ ਪਹਿਲਾਂ ਵੀ ਔਰ ਕੋਵਿਡ ਤੋਂ ਹੁਣ ਬਾਅਦ ਵੀ ਕਿਉਂਕਿ ਅੱਜ ਟੈਕਨੀਕਲ ਯੁੱਗ ਹੈ ਅਸੀਂ ਟੈਕ ਯੁੱਗ ਵਿੱਚ ਬੈਠੇ ਹਾਂ ਇੰਟਰਨੈਟ ਯੁੱਗ ਵਿੱਚ ਬੈਠੇ ਹਾਂ ਇੰਟਰਨੈਟ ਦੇ ਸਹਾਰੇ ਅਸੀਂ ਕਿਤੇ ਵੀ ਬੈਠ ਕੇ ਕਿਤੇ ਵੀ ਜਗ੍ਹਾ ਬਾਰੇ ਸੋਚ ਸਕਦੇ ਹਾਂ ਦੇਖ ਸਕਦੇ ਹਾਂ ਔਰ ਉਸ ਦੇ ਬਾਰੇ ਖਾਮੀਆਂ ਕੀ ਹੈ ਪੋਜ਼ਿਟਿਵ ਕੀ ਹੈ ਨੈਗੇਟਿਵ ਹੈ ਸਾਰਾ ਕੁਝ ਦੇਖ ਸਕਦੇ ਹਾਂ ਲੇਕਿਨ ਜਦੋਂ ਅਸੀਂ ਟਰੈਵਲ ਦੀ ਗੱਲ ਕਰਦੇ ਹਾਂ ਟਰੈਵਲ ਏਜੰਟਸ ਕੋਲ ਟਰੈਵਲ ਏਜੰਸੀਜ਼ ਕੋਲ ਅੱਜ ਲੋਕੀ ਕਿਉਂ ਜਾ ਰਹੇ ਹਨ ਕਿਉਂਕਿ ਅੱਜ
ਬਹੁਤ ਸਾਰੀਆਂ ਵੈਬਸਾਈਟਸ ਅਵੇਲੇਬਲ ਨੇ, ਬਿਲਕੁਲ। ਸੋ ਕੀ ਉਹਦਾ ਨੁਕਸਾਨ ਹੋਇਆ ਟਰੈਵਲ ਇੰਡਸਟਰੀ ਨੂੰ, ਬਿਜ਼ਨਸ ਨੂੰ, ਟਰੈਵਲ ਏਜੰਟਸ ਨੂੰ ਕੁਛ ਸਪੈਸ਼ਲੀ? ਜਦੋਂ ਕੋਈ ਵੀ ਨਿਊ ਥਿੰਗਸ ਕਮ ਟੂ ਦ ਮਾਰਕੀਟ, ਲਾਈਕ ਯੂ ਨੋ ਇਟਸ ਗੋਨਾ ਬੀ ਅਫੈਕਟ ਲਿਟਲ ਬਿਟ, ਅਫੈਕਟ ਤਾਂ ਹੋਏਗਾ ਹੀ ਹੋਏਗਾ। ਬਿਲਕੁਲ। ਬਟ ਅਗੇਨ ਮੈਂ ਉਹੀ ਕਹਿ ਰਿਹਾ ਕਿ ਲਾਈਕ ਇੰਨਾ ਇਫੈਕਟ ਜ਼ਰੂਰ ਪਿਆ ਵੈਬਸਾਈਟਸ ਦਾ। ਮੈਂ ਨਹੀਂ ਕਹਿ ਰਿਹਾ ਕਿ ਲਾਈਕ ਦੇਰ ਆਰ ਫਿਊ ਕਲਾਇੰਟਸ ਲਾਈਕ ਵੀ ਨੋ ਕਿ ਲਾਈਕ ਹੁਣ ਆਨਲਾਈਨ ਬਾਏ ਕਰ ਲੈਂਦੇ ਆ ਟਿਕਟਸ, ਜਾਂ ਕੁਛ ਸੀਗੇ ਕਲਾਇੰਟਸ ਜਿਹੜਾ ਨੇ ਸਾਡੇ ਕੋਲ ਆਫਿਸ ਵਿੱਚ ਵੀ ਆ ਕੇ ਕਸਟਮਰ ਬੈਠ ਕੇ ਇੰਟਰਨੈਟ ਦੇ ਵਿੱਚ ਦੇਖ ਲੈਂਦੇ ਆ ਕਿ ਹਾਂ ਆਹ ਪ੍ਰਾਈਸਿਸ ਚੱਲ ਰਹੇ ਹੈਗੇ, ਕਿਸ ਤਰ੍ਹਾਂ ਤੁਸੀਂ ਇਹਨੂੰ ਕੰਪੀਟ ਕਰ ਸਕਦੇ ਹੋ। ਜਿਹੜਾ ਟਰਸਟ ਲੈਵਲ ਹੈ, ਲਾਈਕ ਯੂ ਨੋ ਫਰੋਮ ਸਿੰਸ 2007 ਆਈ ਸਟਾਰਟਡ ਮਾਈ ਬਿਜ਼ਨਸ। ਹਾਂਜੀ। ਜਿਹੜਾ ਟਰਸਟ ਲੈਵਲ ਅਸੀਂ ਜਾਂ ਜਿਹੜੀਆਂ ਸਰਵਿਸਿਜ਼ ਅਸੀਂ ਪ੍ਰੋਵਾਈਡ ਕੀਤੀਆਂ ਆਪਣੇ ਕਸਟਮਰਸ ਨੂੰ, ਆਪਣੇ ਕਲਾਇੰਟਸ ਨੂੰ, ਦੇ ਆਰ ਲਾਈਕ ਇਟਸ ਸਮਾਲ ਫੈਮਿਲੀ ਗਰੁੱਪ ਬਣ ਗਿਆ ਹੋਇਆ। ਲਾਈਕ ਦੇ ਕੈਨ ਕਾਲ ਅਸ ਐਨੀ ਟਾਈਮ ਵੈਨਐਵਰ ਦੇ ਨੀਡ ਹੈਲਪ। ਜਿਹੜੀਆਂ ਆਨਲਾਈਨ ਸਰਵਿਸਿਜ਼ ਹੈਗੀਆਂ, ਤੁਸੀਂ ਆਨਲਾਈਨ ਤੋਂ ਟਿਕਟਸ ਵਗੈਰਾ ਬਾਏ ਕਰ ਸਕਦੇ ਹੋ, ਬਟ ਜਿਹੜਾ 1-to-1 ਹੈਗਾ ਕਨਵਰਸੇਸ਼ਨ ਹੈ, ਜਿਹੜੀ ਉਹਨਾਂ ਨੂੰ ਫੀਲਿੰਗਸ ਹੈਗੀਆਂ ਜਾਂ ਅਸੀਂ ਉਹਨਾਂ ਦੇ ਇਮੋਸ਼ਨ ਸਮਝ ਸਕਦੇ ਹਾਂ। ਇੱਥੇ ਕਸਟਮਰਸ ਸਾਡੇ ਕੋਲ ਆਪਾਂ ਬੈਠਦੇ ਹਾਂ, ਅਸੀਂ ਉਹਨਾਂ ਨੂੰ ਟਾਈਮ ਡਿਵੋਟ ਕਰਦੇ ਹਾਂ ਜਾਂ ਉਹ ਸਾਡੇ ਨਾਲ ਡਿਸਕਸ ਕਰ ਲੈਂਦੇ ਆ। ਲਾਈਕ ਦੇ ਨਿਊ ਕਿ ਜੋ ਇਸ ਬਾਕਸ ਦੇ ਵਿੱਚ ਜਾਂ ਇਸ ਕਮਰੇ ਦੇ ਵਿੱਚ ਆਪਣੀ ਕੋਈ ਗੱਲ ਹੋ ਰਹੀ ਹੈ ਆਫਿਸ ਦੇ ਵਿੱਚ, ਇਟ ਸਟੇਜ਼ ਵਿਦ ਇਨ ਦ ਲਿਮਿਟਸ। ਜੀ ਜੀ। ਉਹ ਬਾਹਰ ਨਹੀਂ ਨਿਕਲੇਗੀ। ਤਾਂ ਆਪਣੀਆਂ ਹਾਰਟ ਫੀਲਿੰਗਸ ਹੈ, 올ਡ ਏਜ ਕਸਟਮਰਸ ਆਉਂਦੇ ਆ ਸਾਡੇ ਕੋਲ, youngsters ਆਉਂਦੇ ਹੈਗੇ ਆ। ਸੋ ਦੇ ਨਿਊ ਕਿ ਦਿਸ ਇਜ਼ ਦ ਪਲੇਸ that they can talk freely, they can tell their things like ਕਿਸ ਤਰ੍ਹਾਂ ਉਹ ਟਰੈਵਲ ਕਰਨਾ ਚਾਹੁੰਦੇ ਆ। ਤੇ ਅਫੈਕਟ ਜ਼ਰੂਰ ਹੋਇਆ ਵੈਬਸਾਈਟ ਆਨਲਾਈਨ ਪੋਰਟਲ ਦਾ, ਬਟ ਇਟਸ ਅ ਗੁੱਡ ਪੁਆਇੰਟ ਆਲਸੋ। ਐਂਡ ਲਾਈਕ ਜਿਹੜੇ ਪਰ ਕਲਾਇੰਟਸ ਜਿਹੜੇ ਸਾਡੇ ਹੈਗੇ ਉਹ ਸਾਡੇ ਨਾਲ ਕਾਫੀ ਜੁੜੇ ਹੋਏ ਹੈਗੇ ਆ। ਵੀ ਹੈਵ ਆਲਮੋਸਟ ਲਾਈਕ 42,000 ਕਲਾਇੰਟਸ। ਅਮਿਤ ਜੀ, ਟਰੈਵਲ ਇੰਡਸਟਰੀ ਵਿੱਚ ਅੱਜ ਕੱਲ੍ਹ ਫਰਾਡ ਬਹੁਤ ਜ਼ਿਆਦਾ ਹੋ ਚੁੱਕੇ ਨੇ, ਕਿਉਂਕਿ ਜਦੋਂ ਅਸੀਂ ਇੰਟਰਨੈਟ ਦੀ ਗੱਲ ਕਰਦੇ ਹਾਂ, ਸਕੈਮਸ ਦੀ ਗੱਲ ਕਰਦੇ ਹਾਂ, ਤਾਂ ਡੈਫੀਨੇਟਲੀ ਗੱਲ ਹੈ ਕਿ ਉਹ ਵੀ ਲੋਕ ਮੌਜੂਦ ਨੇ ਜੋ ਕਿ ਫੇਕ ਵੈਬਸਾਈਟਸ ਬਣਾ ਕੇ ਸਿਰਫ ਉਹਨਾਂ ਦਾ ਕੰਮ ਹੈ ਕਿ ਲੋਕਾਂ ਨੂੰ ਘੱਟ ਪ੍ਰਾਈਸ ਦੇਣਾ। ਅਗਰ ਕੋਈ ਬਿਜ਼ਨਸ ਦੀ ਟਿਕਟ ਹੈ ਜਾਂ ਇਕੋਨਮੀ ਦੀ ਟਿਕਟ ਹੈ, ਬਹੁਤ ਘੱਟ ਪ੍ਰਾਈਸ 'ਤੇ ਉਹਨਾਂ ਨੂੰ ਆਫਰ ਕਰਨਾ, ਔਰ ਜਦੋਂ ਲੋਕੀ ਉਸ ਟਿਕਟ ਨੂੰ ਪਰਚੇਜ਼ ਕਰ ਲੈਂਦੇ ਆ, ਆਪਣੀ ਬੈਂਕ ਡਿਟੇਲ ਸਭ ਕੁਛ ਦੇ ਦਿੰਦੇ ਆ, ਤਾਂ ਉਸ ਤੋਂ ਬਾਅਦ ਜਦੋਂ ਫਲਾਈਟ ਵਾਲੇ ਦਿਨ ਪਹੁੰਚਦੇ ਨੇ ਏਅਰਪੋਰਟ ਤੇ, ਪਤਾ ਚੱਲਦਾ ਕਿ ਉਹਨਾਂ ਦੀ ਟਿਕਟ ਕਨਫਰਮ ਹੀ ਨਹੀਂ ਹੈ, ਜਦਕਿ ਉਹਨਾਂ ਕੋਲ ਕਨਫਰਮੇਸ਼ਨ ਪੇਜ ਹੁੰਦਾ ਹੈ। ਇਹ ਸਕੈਮ ਕਿਸ ਤਰ੍ਹਾਂ ਹੋ ਰਿਹਾ, ਫਰਾਡ ਕਿਸ ਤਰ੍ਹਾਂ ਹੋ ਰਿਹਾ ਅੱਜ ਕੱਲ੍ਹ? ਦੇਖੋ, ਦੇयर ਆਰ ਟੂ ਥਿੰਗਸ। ਇੱਕ ਤਾਂ ਪਹਿਲੇ ਤਾਂ ਜਿਹੜਾ ਟਰੈਵਲ ਏਜੰਟ ਦਾ ਨਾਮ ਹੈਗਾ, ਦੈਟਸ ਲਾਈਕ ਇੰਡੀਆ ਤੋਂ ਬੇਸ ਅਸੀਂ ਸੁਣਦੇ ਆ ਰਹੇ ਹਾਂ ਕਿ ਇਟਸ ਅ ਵੈਰੀ ਸਕੈਰੀ ਨੇਮ। ਹਾਂਜੀ। ਉਸ ਤੋਂ ਬਾਅਦ ਥੀਸ ਵੈਬਸਾਈਟਸ ਕੇਮ ਅਪ। ਥੀਸ ਆਰ ਬੇਸਿਕਲੀ ਅ ਟਰੈਵਲ ਏਜੰਸੀਜ਼ ਜਿਨ੍ਹਾਂ ਨੇ ਆਪਣੀਆਂ ਵੈਬਸਾਈਟਸ ਲਾਂਚ ਕੀਤੀਆਂ ਹੋਈਆਂ। ਹੁਣ ਤੁਸੀਂ ਆਨਲਾਈਨ ਦੇ ਵਿੱਚ ਟਿਕਟਸ ਬਾਏ ਕਰਨ ਜਾਂਦੇ ਹੋ, ਦੇयर ਆਰ ਟੂ ਕਾਈਂਡ ਆਫ ਕਸਟਮਰਸ। ਦੇ ਆਰ ਲਾਈਕ ਸਮਾਰਟ ਪੀਪਲ ਆਰ ਆਲਸੋ ਦੇयर। ਉਹ ਸਾਰਾ ਕੁਝ ਚੈੱਕ ਕਰ ਲੈਂਦੇ ਆ ਪਹਿਲੇ ਕਿ ਕਿਸ ਤਰ੍ਹਾਂ ਹੈਗਾ, ਕਿਸ ਤਰ੍ਹਾਂ ਆਪਾਂ ਬਾਏ ਕਰਨਾ, ਕਿਸ ਤਰ੍ਹਾਂ ਟਰੈਵਲ ਕਰ ਰਹੇ ਹਾਂ। ਤੇ ਕੁਝ ਪੀਪਲ ਜਿਹੜੇ ਹੈਗੇ ਆ ਕਿ ਲਾਈਕ ਰੈਂਡਮ ਵੈਬਸਾਈਟਸ ਤੋਂ ਜਿੱਦਾਂ ਬਾਏ ਕਰ ਲਈਆਂ ਟਿਕਟਸ। ਨਾਟ ਆਲ ਦ ਵੈਬਸਾਈਟਸ ਆਰ ਫੇਕ, ਬਟ ਦੇयर ਆਰ ਆਲਵੇਜ਼ ਲਾਈਕ ਯੂ ਨੋ ਦ ਬੈਡ ਪੁਆਇੰਟਸ ਆਰ ਆਲਸੋ ਦੇयर ਆਨਲਾਈਨ ਜਦੋਂ ਤੁਸੀਂ ਜਾਂਦੇ ਹੋ। Like sometime going, it's let's say if somebody is looking for a luxury travel, business class travel, the prices what we are offering, if it's like $1,000 difference, that means something is wrong. If it's like few dollars difference, like in a difference कितना आ रहा है? If it's like $20-25, our services might be higher than the online websites. But कुछ ना कुछ there must be a glitch. Either they are selling the points, ते कुछ tickets हो रही है. Right. That will be confirmed on the time of arrival at the airport. जी. Some things are like going business class है. Combination ਹੁੰਦਾ websites like you know AI generate कर रही है आजकल कि going business and coming economy. Going business coming premium economy. वो pricing fluctuate कर जाते होते. जी. And उस टाइम पे फिर कस्टमर इन्ना लुक नहीं करता, ओवरव्यू नहीं करता कि लाइक व्हाट वी आर बाइंग थ्रू। हाँ जी। सो दीज आर द फ्रॉड्स एंड प्लस यू नो द आजकल क्रेडिट कार्ड्स ਜਿਹੜੇ ਹੈਗੇ ਆ, once you are putting your information on the websites, few of the websites you know they are linked with all other countries ਦੇ ਵਿੱਚ link ਹੈ, we don't know ਕਿ ਉਹਨਾਂ ਦਾ ਸਰਵਰ ਕਿੱਥੇ ਹੈ, ਕਿੱਥੋਂ ਬਾਏ ਹੋ ਰਹੀਆਂ ਟਿਕਟਸ। ਸੋ ਉਹੀ ਫਰਾਡ ਹੋ ਜਾਂਦਾ ਉਸ ਟਾਈਮ ਤੇ ਵੀ। ਕ੍ਰੈਡਿਟ ਕਾਰਡ ਚਾਰਜ ਹੋ ਰਿਹਾ ਜਾਂ ਕ੍ਰੈਡਿਟ ਕਾਰਡ ਸੈੱਲ ਹੋ ਗਿਆ, ਉਹਨਾਂ ਦੀ ਇਨਫੋਰਮੇਸ਼ਨ ਸੈੱਲ ਹੋ ਗਈ। ਜੀ ਜੀ। तो इस ਤੋਂ ਕਿਸ ਤਰ੍ਹਾਂ ਬਚਿਆ ਜਾ ਸਕਦਾ, ਕਿਸ ਤਰ੍ਹਾਂ ਵੈਰੀਫਾਈ ਕੀਤਾ ਜਾ ਸਕਦਾ ਕਿ ਜਿਹੜੀ ਮੈਂ ਟਿਕਟ ਲਿੱਤੀ ਹੈ, ਪਰਚੇਸ ਕੀਤੀ ਹੈ, ਇੱਕ ਕਨਫਰਮਡ ਹੈ ਔਰ ਇਹਦੇ ਵਿੱਚ ਕੋਈ ਸਕੈਮ ਨਹੀਂ ਹੈ? ਆਈ ਐਮ ਨਾਟ ਸੇਇੰਗ ਕਿ ਸਾਰੇ ਸਾਡੇ ਕੋਲ ਪਰਚੇਸ ਕਰਦੇ। ਯੂਐਸਏ ਟਰੈਵਲ ਇਜ਼ ਲਾਈਕ ਯੂ ਨੋ ਬੇਸਡ ਇਨ ਵਾਸ਼ਿੰਗਟਨ। ਜੀ ਜੀ। ਸੋ ਜਿਹੜੇ ਸਿਐਟਲ ਵਾਸ਼ਿੰਗਟਨ ਦੇ ਵਿੱਚ ਉਹਨਾਂ ਨੂੰ ਪਤਾ ਹੈ ਕਿ ਚਲੋ ਐਟਲੀਸਟ ਇੱਥੇ ਸੇਫਟੀ ਹੈਗੀ ਹੈ ਕਿ ਇਹਨਾਂ ਕੋਲ ਬਾਏ ਕਰ ਰਹੇ ਆ। ਬਟ ਦ ਪੀਪਲ ਹੂ ਆਰ ਬਾਇੰਗ ਆਨਲਾਈਨ ਜਾਂ ਕਿਸੇ ਹੋਰ ਟਰੈਵਲ ਏਜੰਟ ਤੋਂ ਵੀ ਬਾਏ ਕਰ ਰਹੇ ਟਿਕਟਸ ਜਸਟ ਫॉर ਅ ਪਬਲਿਕ, ਜਸਟ ਮੇਕ ਸ਼ੋਰ 2 days ਬਿਫੋਰ ਦ ਫਲਾਈਟ ਕਿ everything is confirmed on the flight. ਤੁਸੀਂ ਸੀਟ ਨੰਬਰਸ ਆਪਣੇ ਸਿਲੈਕਟ ਕਰ ਸਕਦੇ ਹੋ। just call the airline. It's at the time easy. Of check-in ਜਦੋਂ ਤੁਸੀਂ ਕਹਿ ਰਹੇ ਹੋ, at the time of check-in 24 hours ਪਹਿਲੇ check-in open ਹੋ ਜਾਂਦਾ most of the airlines. ਜੀ। so we can make sure ਕਿ confirmation is there. I know ਤੁਸੀਂ travel ਕਰ ਰਹੇ ਹੋ 2 ਦਿਨ ਬਾਅਦ, ਆਪਣਾ ਪਾਸਪੋਰਟਸ ਵੀਜ਼ਾ ਵਗੈਰਾ ਸਭ ਚੈੱਕ ਕਰੋ, and especially the ticket.
ਜਿਹੜੀ ਹੈਗੀ ਆ ਤੁਸੀਂ ਐਟਲੀਸਟ 2 ਦਿਨ ਪਹਿਲੇ ਜ਼ਰੂਰ ਚੈੱਕ ਕਰ ਲਓ ਐਂਡ ਇਫ ਦੇ ਬੌਟ ਇਟ ਵਿਦ ਐਨੀ ਕੰਪਨੀ ਇਫ ਦੇਰ ਇਜ਼ ਐਨੀ ਗਲਿਚ ਜਾਂ ਉਹਨਾਂ ਨੂੰ ਕਨਫਰਮੇਸ਼ਨ ਦੇ ਨਾਲ ਟਿਕਟ ਹੀ ਨਹੀਂ ਓਪਨ ਹੋ ਰਹੀ ਦੈਟ ਮੀਨਸ ਸਮਥਿੰਗ ਇਜ਼ ਰੋਂਗ। ਠੀਕ ਹੈ। USA ਟਰੈਵਲ ਦੇ ਸਰਵਿਸਿਜ਼ ਦੀ ਅਸੀਂ ਜਦੋਂ ਗੱਲ ਕਰਦੇ ਹਾਂ ਤਾਂ ਅੱਜ ਬਹੁਤ ਸਾਰੀਆਂ ਵੈਬਸਾਈਟਸ ਡੀਲਸ ਪ੍ਰੋਵਾਈਡ ਕਰਦੀਆਂ ਕਿ ਤੁਸੀਂ ਅਗਰ ਸਿੰਗਾਪੁਰ ਜਾ ਰਹੇ ਹੋ, ਆਸਟ੍ਰੇਲੀਆ ਜਾ ਰਹੇ ਹੋ, ਦੁਬਈ ਜਾ ਰਹੇ ਹੋ ਜਾਂ ਫਿਰ ਆਪਣੇ ਹੋਮ ਕੰਟਰੀ ਦਿੱਲੀ ਜਾ ਰਹੇ ਹੋ, ਅੰਮ੍ਰਿਤਸਰ ਜਾ ਰਹੇ ਹੋ ਤਾਂ ਕਿਤੇ ਨਾ ਕਿਤੇ ਤੁਹਾਨੂੰ ਉਹ ਪ੍ਰੋਪਰ ਡੀਲ ਦੇ ਦਿੰਦੇ ਆ ਕਿ ਅਸੀਂ ਤੁਸੀਂ ਟਿਕਟ ਸਾਡੇ ਤੋਂ ਪਰਚੇਸ ਕਰੋ, ਅਸੀਂ ਤੁਹਾਨੂੰ ਹੋਟਲ ਵੀ ਕਰਾਂਗੇ, ਅਸੀਂ ਤੁਹਾਨੂੰ 에ਅਰਪੋਰਟ ਤੋਂ ਟਰਾਂਸਪੋਰਟ ਵੀ ਪ੍ਰੋਵਾਈਡ ਕਰਾਂਗੇ। ਕੀ USA ਟਰੈਵਲ ਵੀ ਇਸ ਤਰ੍ਹਾਂ ਦੀਆਂ ਸਰਵਿਸਿਜ਼ ਪ੍ਰੋਵਾਈਡ ਕਰਦਾ? ਸਾਰੀਆਂ ਸਰਵਿਸਿਜ਼ ਜਿਹੜੀਆਂ ਟਰੈਵਲ ਏਜੰਸੀਜ਼ ਦੇ ਅੰਡਰ ਰਿਲੇਟਡ ਹੈ। ਹਾਂਜੀ। ਕਿ ਤੁਸੀਂ ਜਦੋਂ ਇੱਕ ਜਗ੍ਹਾ ਤੇ ਆਉਂਦੇ ਹੋ ਯੂ ਨੋ ਕਿ ਤੁਹਾਨੂੰ ਕਿਹੜੀਆਂ ਚੀਜ਼ ਚਾਹੀਦੀਆਂ ਤੁਸੀਂ ਅਸੀਂ ਮੇਕ ਸ਼ੋਰ ਕਰਦੇ ਹਾਂ ਕਿ ਹਾਂ ਪਾਸਪੋਰਟ ਤੁਹਾਡਾ ਵੈਲਿਡ ਹੈ, ਵੀਜ਼ਾ ਲੱਗਿਆ ਹੋਇਆ ਕਿ ਨਹੀਂ, ਜੇ ਤੁਹਾਨੂੰ ਕੋਈ ਰਿਕੁਆਇਰਮੈਂਟ ਹੈ ਵੀਜ਼ਾਸ ਦੀ ਜਾਂ ਕੋਈ ਕੁਐਸਚਨ ਹੈ ਉਹਦੇ ਰਿਗਾਰਡਿੰਗ ਅਸੀਂ ਪੂਰੀ ਹੈਲਪ ਕਰਦੇ ਹਾਂ। ਹਾਂਜੀ। ਤੇ ਪਲੱਸ ਜਿਹੜਾ ਹੋਟਲਸ ਵਗੈਰਾ ਹੈਗੇ ਆ ਜਾਂ ਤੁਸੀਂ ਕਾਰ ਸਰਵਿਸਿਜ਼ ਹੈ, ਟਰਾਂਸਪੋਰਟੇਸ਼ਨ ਹੈ, ਵੀ ਪ੍ਰੋਵਾਈਡ ਐਵਰੀਥਿੰਗ। ਜੀ ਬਿਲਕੁਲ ਠੀਕ ਹੈ। ਇਸ ਤੋਂ ਇਲਾਵਾ ਹੋਰ ਕਿਹੜੀਆਂ ਸਰਵਿਸਿਜ਼ ਪ੍ਰੋਵਾਈਡ ਕਰਦੇ ਹੋ? ਕਿਉਂਕਿ ਅੱਜ ਕੱਲ੍ਹ ਲੋਕਾਂ ਨੂੰ ਪਾਸਪੋਰਟ ਸਰਵਿਸਿਜ਼ ਚਾਹੀਦੀ ਹੁੰਦੀ ਹੈ, OCI ਸਰਵਿਸਿਜ਼ ਚਾਹੀਦੀਆਂ ਹੁੰਦੀਆਂ, ਇਸ ਤਰ੍ਹਾਂ ਦੀਆਂ ਹੋਰ ਤਮਾਮ ਸਰਵਿਸਿਜ਼ ਜਿਹੜੀਆਂ ਨੇ ਉਹਨਾਂ ਨੂੰ ਅਲੱਗ-ਅਲੱਗ ਪਲੇਟਫਾਰਮਸ 'ਤੇ ਜਾ ਕੇ ਧੱਕੇ ਖਾਣੇ ਪੈਂਦੇ ਆ, ਕੌਂਸੂਲੇਟ ਜਾ ਕੇ ਧੱਕੇ ਖਾਣੇ ਪੈਂਦੇ ਆ। ਕੀ USA ਟਰੈਵਲ ਸਰਵਿਸਿਜ਼ ਇਹ ਵੀ ਪ੍ਰੋਵਾਈਡ ਕਰਦੀ ਹੈ ਉਹਨਾਂ ਨੂੰ? ਸਾਰੀ ਸਰਵਿਸਿਜ਼ ਪ੍ਰੋਵਾਈਡ ਕਰਦੇ ਹਾਂ ਅਸੀਂ ਕਸਟਮਰਸ ਨੂੰ। ਈਵਨ ਲਾਈਕ ਇਟਸ ਵਨ ਸਟਾਪ ਸਰਵਿਸ ਮਿਲ ਜਾਂਦੀ ਹੈ ਜਦੋਂ ਇੱਥੇ ਆਉਂਦੇ ਆ ਸਾਡੇ ਕੋਲ। ਜੀ। ਉਹਨਾਂ ਦਾ ਟਿਕਟਸ ਤੋਂ ਲੈ ਕੇ ਪਾਸਪੋਰਟ, ਰੀਇਸ਼ੂ ਆਫ ਪਾਸਪੋਰਟਸ, ਅਮਰੀਕਨ, ਇੰਡੀਅਨ ਪਾਸਪੋਰਟ ਔਰ ਐਨੀ ਅਦਰ ਕੰਟਰੀ ਦਾ ਪਾਸਪੋਰਟ ਅਸੀਂ ਪੂਰੀ ਹੈਲਪ ਕਰਦੇ ਹਾਂ ਕਿ ਉਹਨਾਂ ਦੇ ਡਾਕੂਮੈਂਟੇਸ਼ਨ ਪ੍ਰੋਪਰ ਹੋਣ। ਵੀ ਹੈਵ ਟੂ ਹੈਵ ਅ ਨੋਟਰਾਈਜ਼ੇਸ਼ਨ ਸਰਵਿਸਿਜ਼, ਜੋ ਉਹਨਾਂ ਨੂੰ ਨੋਟਰੀਜ਼ ਵਗੈਰਾ ਕੁਝ ਵੀ ਉਹਨਾਂ ਨੂੰ ਚਾਹੀਦਾ ਹੈਗਾ। ਕਿ OCI ਵਿੱਚ ਕਿਸ ਤਰ੍ਹਾਂ ਦੀ ਸਰਵਿਸਿਜ਼ ਪ੍ਰੋਵਾਈਡ ਕਰਦੇ ਹੋ ਔਰ ਵੀਜ਼ਾ ਵਿੱਚ ਕਿਸ ਤਰ੍ਹਾਂ ਮਦਦ ਕਰ ਸਕਦੇ? ਵੀਜ਼ਾਸ ਲਾਈਕ ਆਪਣਾ ਇੰਡੀਅਨ there are like few things ਉਹੀ ਆਨਲਾਈਨ ਜਦੋਂ ਅਸੀਂ ਦੇਖਦੇ ਹਾਂ ਕਿ ਔਨ ਅਰਾਈਵਲ ਵੀਜ਼ਾ ਇਟਸ ਮੇਨ ਮੋਟੋ ਕਿ ਇੰਡੀਆ ਦੇ ਵਿੱਚ ਔਨ ਅਰਾਈਵਲ ਵੀਜ਼ਾ, ਬਟ ਐਜ਼ ਅ ਟਰੈਵਲ ਏਜੰਟ ਤੁਸੀਂ ਜਦੋਂ ਜਾਂਦੇ ਹੋ ਹੁਣ ਇਹ ਤੁਸੀਂ ਔਨ ਅਰਾਈਵਲ ਵੀਜ਼ਾ ਜੇ ਕਿਸੇ ਵੀ ਵੈਬਸਾਈਟ ਤੇ ਪੜ੍ਹ ਲੈਂਦੇ ਹੋ ਸਮਥਿੰਗ ਕਲਿੱਕ ਇਨ ਦਾ ਮਾਈਂਡ ਕਿ ਜਿੱਦਾਂ ਆਪਾਂ ਦੁਬਈ ਜਾ ਰਹੇ ਹਾਂ ਜਾਂ ਕਿਸੇ ਯੂਰਪ ਕੰਟਰੀ ਜਾ ਰਹੇ ਹਾਂ ਵੀਜ਼ਾ ਨਹੀਂ ਚਾਹੀਦਾ ਤੁਹਾਨੂੰ। ਕੁਝ ਕਸਟਮਰਸ ਇਹੀ ਗਲਤੀ ਕਰਦੇ ਹੈਗੇ ਆ ਕਿ ਔਨ ਅਰਾਈਵਲ ਪੜ੍ਹ ਲਿਆ ਉਹਨਾਂ ਨੇ, ਇਟਸ ਐਨੀ ਕਾਈਂਡ ਆਫ ਕਸਟਮਰ ਉਹਨਾਂ ਨੇ ਜੇ ਪੜ੍ਹ ਲਿਆ ਕਿ ਉਹਨਾਂ ਨੂੰ ਲੱਗਦਾ ਹੈ ਕਿ ਇੰਡੀਆ ਜਾ ਕੇ ਵੀਜ਼ਾ ਇਸ਼ੂ ਹੋ ਜਾਏਗਾ, ਬਟ ਉਹ ਇਟਸ ਅ ਔਨ ਅਰਾਈਵਲ ਵੀਜ਼ਾ। ਉਹੀ ਜਦੋਂ ਕਸਟਮਰ ਸਾਡੇ ਕੋਲ ਆਉਂਦੇ ਆ ਵੀ ਲਾਈਕ ਹੈਲਪ ਦੈਮ ਕਿ ਲਾਈਕ ਇਟਸ ਨਾਟ ਔਨ ਅਰਾਈਵਲ, ਇਟਸ ਔਨ ਅਰਾਈਵਲ ਵੀਜ਼ਾ ਬਟ ਯੂ ਹੈਵ ਟੂ ਅਪਰੂਵ ਦ ਵੀਜ਼ਾ ਬਿਫੋਰ ਹੈਂਡ। ਜਾਣ ਤੋਂ ਪਹਿਲੇ ਤੁਹਾਨੂੰ ਲੈਣਾ ਪਏਗਾ। ਜੀ। ਕਈ ਲੋਕੀ ਡਿਊਲ ਸਿਟੀਜ਼ਨਸ਼ਿਪ ਵਿੱਚ ਬੜਾ ਕਨਫਿਊਜ਼ ਹੁੰਦੇ ਆ, ਕੀ ਤੁਸੀਂ ਉਹਦੀ ਕਨਫਿਊਜ਼ਨ ਦੂਰ ਕਰ ਸਕਦੇ? ਹਾਂਜੀ ਹਾਂ, ਬਿਕੋਜ਼ OCI ਜਿਹੜਾ ਹੈਗਾ ਆਪਣਾ ਇੰਡੀਆ ਬੋਰਨ ਜਿਹੜੇ ਹੈਗੇ ਆ ਜੀ ਜਾਂ ਬੱਚੇ ਜਿਹੜੇ ਹੈਗੇ ਉਹਨਾਂ ਦੇ ਪੇਰੈਂਟਸ ਈਵਨ ਵਨ ਇੰਡੀਅਨ ਬੋਰਨ ਹੈਗਾ ਦੇ ਕੈਨ ਅਪਲਾਈ ਫॉर OCI। OCI ਇਜ਼ ਓਵਰਸੀਜ਼ ਸਿਟੀਜ਼ਨ ਆਫ ਇੰਡੀਆ, ਇਟਸ ਨਾਟ ਅ ਡੂਅਲ ਸਿਟੀਜ਼ਨਸ਼ਿਪ। ਸੋ ਸਾਡੇ ਕੋਲ ਕਸਟਮਰ ਆਉਂਦੇ ਆ ਜਾਂ ਕਾਲਸ ਆਉਂਦੀ ਹੈ ਕਿ ਸਾਡਾ ਡੂਅਲ ਸਿਟੀਜ਼ਨਸ਼ਿਪ ਅਪਲਾਈ ਕਰ ਦਿਓ। So before we tell them the process of OCI, ਅਸੀਂ ਪਹਿਲੇ ਉਹਨਾਂ ਨੂੰ ਦੱਸਦੇ ਹਾਂ ਕਿ it's not a dual citizenship. It's overseas citizen of India ਦਾ ਕਾਰਡ ਹੈ, ਇੱਕ OCI ਕਾਰਡ ਹੈਗਾ ਕਿ that you can stay as long as you want in India. ਜਿਹੜਾ ਨਾਰਮਲ ਵੀਜ਼ਾ ਹੁੰਦਾ ਉਹਦੇ ਵਿੱਚ 6 months ਦੀ ਵੈਲਿਡਿਟੀ ਹੁੰਦੀ ਹੈ, ਬਟ ਜੇ ਇੰਡੀਅਨ ਕੋਈ ਬੋਰਨ ਹੈਗੇ ਆ ਤੇ ਉਹ ਥੋੜਾ ਟਾਈਮ ਐਕਸਟਰਾ ਰੁਕਣਾ ਚਾਹੁੰਦੇ ਹੈਗੇ ਇੰਡੀਆ ਦੇ ਵਿੱਚ ਤੇ ਉਹ ਰੁਕ ਸਕਦੇ OCI ਕਾਰਡ ਤੇ, ਬਟ ਵੀ ਸੁਜੈਸਟ them, we guide them ਕਿ like it's not a dual citizenship. ਜੀ। ਇਸ ਤੋਂ ਇਲਾਵਾ ਅੱਜ ਕੱਲ੍ਹ ਇੱਕ ਨਵਾਂ ਟ੍ਰੈਂਡ ਸ਼ੁਰੂ ਹੋਇਆ ਮੈਡੀਕਲ ਸਰਜਰੀਜ਼, ਮੈਡੀਕਲ ਜਿਹੜਾ ਟੂਰਿਜ਼ਮ ਹੈ ਇੰਡਸਟਰੀ ਉਹ ਵੀ ਬਹੁਤ ਜ਼ਿਆਦਾ ਵੱਧ ਰਹੀ ਹੈ। ਕੀ USA ਟਰੈਵਲ ਸਰਵਿਸਿਜ਼ ਮੈਡੀਕਲ ਟੂਰਿਜ਼ਮ ਵਿੱਚ ਵੀ ਆਪਣੇ ਹੱਥ ਅਜ਼ਮਾ ਰਹੀ ਹੈ? ਯਾ ਮੈਡੀਕਲ ਟੂਰਿਜ਼ਮ ਇਜ਼ ਆਲਸੋ देयर ਆਰ ਅ ਲੋਟ ਆਫ ਹੁਣ ਜਿਹਨਾਂ ਕੋਲ ਇੱਥੇ ਇੰਸ਼ੋਰੈਂਸ ਦਾ ਥੋੜਾ ਜਿਹਾ ਜਾਂ ਕੁਝ ਟ੍ਰੀਟਮੈਂਟਸ ਆਰ ਲਾਈਕ ਸੋ ਐਕਸਪੈਂਸਿਵ ਇਨ USA ਤੇ ਕਾਫੀ ਲੋਕ ਇੰਡੀਆ ਐਂਡ ਟਰਕੀ ਥੀਸ ਆਰ ਦ ਟੂ ਪਲੇਸਿਸ ਹਾਂਜੀ ਜਿੱਥੇ ਕਾਫੀ ਟਰੈਵਲ ਮੈਡੀਕਲ ਫੀਲਡ ਦੇ ਵਿੱਚ ਕਾਫੀ ਵੱਧ ਗਿਆ ਹੋਇਆ। ਹਾਂਜੀ। ਸੋ ਕਸਟਮਰ ਜਦੋਂ ਆਉਂਦੇ ਆ ਲਾਈਕ ਵੀ ਹੈਲਪ them, ਵੀ ਗਾਈਡ them with the hospital names ਜਾਂ ਉਹਨਾਂ ਦੀ ਲੋਕੇਸ਼ਨਸ ਐਂਡ ਨੀਅਰ ਬਾਈ ਹੋਟਲਸ ਕਿਹੜੇ ਬੈਸਟ ਹੈਗੇ ਆ। ਵੀ ਆਲਵੇਜ਼ ਟਰਾਈ ਟੂ ਹੈਲਪ them accordingly. ਓਕੇ, ਇਹ ਤਾਂ ਤੁਹਾਡੀ ਪ੍ਰੋਫੈਸ਼ਨਲ ਲਾਈਫ ਰਹੀ, ਬਟ ਹੁਣ ਮੈਂ ਇਹ ਵੀ ਚਾਹਾਂਗਾ ਕਿ ਤੁਸੀਂ USA ਟਰੈਵਲ ਦੇ ਨਾਲ ਪ੍ਰੋਡਿਊਸਰ ਕਿਵੇਂ ਬਣ ਗਏ, ਸ਼ੋ ਆਰਗੇਨਾਈਜ਼ਰ ਕਿਵੇਂ ਬਣ ਗਏ? ਕਿਉਂਕਿ ਤੁਸੀਂ ਬੂਹੇ ਬਾਰੀਆਂ ਪੰਜਾਬੀ ਮੂਵੀ ਪ੍ਰੋਡਿਊਸ ਕੀਤੀ ਹੈ, ਹੋਰ ਵੀ ਕਈ ਮੂਵੀਜ਼ ਪ੍ਰੋਡਿਊਸ ਕੀਤੀਆਂ ਨੇ, ਇਸ ਲਾਈਨ 'ਚ ਕਿਵੇਂ ਪ੍ਰੇਰਿਤ ਹੋਏ ਤੁਸੀਂ? ਬਿਕੋਜ਼ ਆਫ ਮਾਈ ਪਾਰਟਨਰਸ ਜਿਹੜੇ ਦੋ ਮੇਰੇ ਕਲੋਜ਼ ਫਰੈਂਡਸ ਹੈਗੇ ਆ, ਮਿਸਟਰ ਸਨੀ ਐਂਡ ਮਿਸਟਰ ਪ੍ਰਭਜੋਤ ਸਿੱਧੂ ਜੀ, ਉਹਨਾਂ ਦੇ ਨਾਲ ਸ਼ੁਰੂਆਤ ਹੋਈ, ਮੁਲਾਕਾਤ ਹੋਈ ਇੱਕ ਵਾਰੀ ਦੁਬਈ ਦੇ ਵਿੱਚ ਅਤੇ ਮੁਲਾਕਾਤ ਹੋਈ ਤੇ ਉੱਥੇ ਉਹਨਾਂ ਨੇ ਪ੍ਰੋਜੈਕਟ ਡਿਸਕਸ ਕੀਤੇ ਤੇ ਪਲੱਸ ਆਈ ਵਾਜ਼ ਆਰਗੇਨਾਈਜ਼ਿੰਗ ਸ਼ੋਜ਼ ਇੱਥੇ ਲੋਕਲ ਕਰਦਾ ਹੀ ਸੀਗਾ। ਸੋ ਇਟਸ ਸਮਥਿੰਗ ਲਾਈਕ ਅਟੈਚਡ ਮੀ ਬਿਕੋਜ਼ ਪੰਜਾਬੀ ਇਜ਼ ਆਵਰ ਫਸਟ ਲਾਈਕ ਲੈਂਗੁਏਜ ਜਿਹੜੀ ਮੈਂ ਬੋਲਦਾ ਤੇ ਪੰਜਾਬੀ ਮੂਵੀਜ਼ ਦੇ ਵਿੱਚ ਮੈਨੂੰ ਲੱਗਿਆ ਕਿ ਵਾਈ ਡੋਂਟ ਵੀ ਆਈ ਸ਼ੁੱਡ ਟਰਾਈ ਕਿ ਜਸਟ ਸਟਾਰਟ ਸਮ ਜਰਨੀ, ਲੈਟਸ ਟੇਸਟ ਇਟ ਕਿ ਕਿੱਦਾਂ ਹੁੰਦਾ। ਹਾਂਜੀ। ਐਂਡ ਇਟ ਵਾਜ਼ ਗੁੱਡ
ਇਟ ਵਾਸ ਨਾਟ ਅਬਾਊਟ ਕਿਸ ਤਰ੍ਹਾਂ ਦੀ ਜਰਨੀ ਰਹੀ, ਕਿਉਂਕਿ ਯੂਐਸਏ ਟਰੈਵਲ ਤੁਸੀਂ ਟਰੈਵਲ ਸਰਵਿਸਿਜ਼ ਤਾਂ ਦੇ ਹੀ ਰਹੇ ਹੋ, ਲੇਕਿਨ ਨਾਲ ਹੀ ਨਾਲ ਤੁਸੀਂ ਜਦੋਂ ਤੁਸੀਂ ਐਜ਼ ਅ ਪ੍ਰੋਡਿਊਸਰ ਬਣ ਗਏ, ਪੰਜਾਬੀ ਮੂਵੀਜ਼ ਨੂੰ ਪ੍ਰੋਡਿਊਸ ਕਰਨ ਲੱਗੇ, ਫਿਰ ਉੱਥੇ ਪੰਜਾਬੀ ਮੂਵੀਜ਼ ਨੂੰ ਦਾ ਜਿਹੜਾ ਵੱਡਾ ਮੁਕਾਮ ਹੈਗਾ ਉਸ ਨੂੰ ਦੇਖ ਰਹੇ ਹੋ, ਕਿਸ ਤਰ੍ਹਾਂ ਦਾ ਐਕਸਪੀਰੀਅੰਸ ਰਿਹਾ? Experience was good because we and the second, like you know, the journey from since 2007 to like 2025 tak hun aapa aa gaye hain. So we saw ups and downs all the time, and now we were at this stage ki mainu lagya ki like we should diversify a little bit also, and it's a good entertainment and kuch apna ਜਿਹੜਾ ਪੰਜਾਬੀ ਆਪਣਾ ਕਮਿਊਨਿਟੀ ਹੈ ਜਾਂ ਕਲਚਰ ਹੈ ਉਹਨੂੰ ਕਿੱਦਾਂ ਪ੍ਰਮੋਟ ਕੀਤਾ ਜਾ ਸਕਦਾ ਹੈ। ਦੇयर ਆਰ ਲੋਟ ਆਫ ਆਪਣੇ ਸਿਐਟਲ ਦੇ ਵਿੱਚ ਹੀ ਕਾਫੀ ਪ੍ਰੋਡਿਊਸਰਸ ਹੈਗੇ ਆ ਜਿਹੜੇ ਲਾਈਕ ਇਨ ਦਿਸ ਇੰਡਸਟਰੀ, ਐਂਡ ਆਈ ਲਵ ਟੂ ਵਰਕ ਵਿਦ ਪਰ ਬਹੁਤ ਸਾਰੇ ਪ੍ਰੋਡਿਊਸਰਸ ਨੇ ਆਪਣਾ ਪੈਸਾ ਗਵਾਇਆ ਵੀ ਹੈ ਪੰਜਾਬੀ ਇੰਡਸਟਰੀ ਵਿੱਚ, ਕਿਉਂਕਿ ਬਹੁਤ ਛੋਟੀ ਲੈਵਲ ਦੀਆਂ ਜਿਹੜੀਆਂ ਮੂਵੀਜ਼ ਆਉਂਦੀਆਂ ਉਹ ਬਹੁਤ ਵੱਡਾ ਮੁਕਾਮ ਹਾਸਲ ਨਹੀਂ ਕਰ ਪਾਉਂਦੀਆਂ, ਕਿਉਂਕਿ ਅੱਜ ਕੱਲ੍ਹ ਮੂਵੀ ਤੋਂ ਪਹਿਲਾਂ ਇੱਕ ਬਜਟ ਸੈੱਟ ਕੀਤਾ ਜਾਂਦਾ ਮਾਰਕੀਟਿੰਗ ਦਾ, ਕਿ ਕਿਸ ਤਰ੍ਹਾਂ ਅਸੀਂ ਇਹਦੀ ਮਾਰਕੀਟ ਕਰਨੀ ਹੈ, ਕਿਸ ਤਰ੍ਹਾਂ ਲੋਕਾਂ 'ਚ ਜਾ ਕੇ ਪ੍ਰਮੋਟ ਕਰਨਾ ਹੈ, ਮੀਡੀਆ ਵਿੱਚ ਜਾਣਾ ਹੈ, ਔਰ ਡੈਫੀਨੇਟਲੀ ਗੱਲ ਹੈ ਕਿ ਅਸੀਂ ਕਿਸ ਥੀਏਟਰਸ ਵਿੱਚ ਕਿੰਨੇ ਥੀਏਟਰਸ ਵਿੱਚ ਜਾ ਕੇ ਮੂਵੀ ਰਿਲੀਜ਼ ਕਰਨੀ ਹੈ। ਤੁਹਾਨੂੰ ਲੱਗਦਾ ਹੈ ਕਿ ਪ੍ਰੋਡਿਊਸਰ ਨੂੰ ਅੱਜ ਕੱਲ੍ਹ ਇੰਨੀ ਪੂਰੀ ਜਾਣਕਾਰੀ ਹੁੰਦੀ ਹੈ? ਦੇਖੋ ਜੇ ਪ੍ਰੋਡਿਊਸਰ ਸਪੈਸ਼ਲੀ ਜੇ ਆਊਟ ਆਫ ਕੰਟਰੀ ਹੈ, ਮੂਵੀ ਤੁਸੀਂ ਓਰੀਜਨਲ ਮੂਵੀ ਕਰ ਰਹੇ ਹੋ ਪੰਜਾਬ ਦੀ, ਜਦੋਂ ਤੱਕ ਤੁਸੀਂ ਜੇ ਇੱਥੇ ਬੈਠੇ ਹੈਗੇ ਹੋ ਤੇ ਫਿਰ ਤੁਹਾਨੂੰ ਕੁਝ ਨਹੀਂ ਪਤਾ ਲੱਗੇਗਾ ਕਿ ਵਾਟਸ ਗੋਇੰਗ ਔਨ, ਬਿਕੋਜ਼ ਇੰਡੀਆ ਦੇ ਵਿੱਚ ਤੁਸੀਂ ਪੰਜਾਬ ਦੇ ਵਿੱਚ ਜੇ ਆਪਣਾ ਤੁਸੀਂ ਹੱਬ ਬਣਾ ਰਹੇ ਹੋ ਮੂਵੀਜ਼ ਦਾ ਜਾਂ ਸੈੱਟ ਵਗੈਰਾ ਲਗਾ ਰਹੇ ਹੋ ਜਾਂ ਤੁਹਾਡੇ ਕੀ ਐਕਸਪੈਂਸਿਸ ਹੈ, ਕੀ ਤੁਸੀਂ ਇਨਪੁਟ ਕਰ ਰਹੇ ਹੋ, ਤੁਹਾਡੇ ਕੋਲ ਆਊਟਪੁੱਟ ਵਾਪਸ ਕਿਸ ਹਿਸਾਬ ਨਾਲ ਆਏਗੀ, ਕਿੰਨੀ ਆਏਗੀ, ਤੇ ਬਟ ਇੱਥੇ ਬੈਠੇ ਥੋੜ੍ਹਾ ਜਿਹਾ ਤਾਂ ਮੁਸ਼ਕਿਲ ਹੈਗਾ, ਬਟ ਯੂ ਹੈਵ ਟੂ ਟਰੈਵਲ। ਸੋ ਵਨਸ ਯੂ ਗੋ ਲੋਕਲ ਆਪ ਤੁਸੀਂ ਹੁੰਦੇ ਹੋ, ਯੂ ਨੋ ਦ ਡਿਸਟਰੀਬਿਊਟਰਸ ਆਲਸੋ ਨੋ ਕਿ ਤੁਸੀਂ ਇਨ ਐਂਡ ਆਊਟ ਜਾ ਰਹੇ ਹੋ, ਪਲੱਸ ਹੂ ਇਜ਼ ਯੂਰ ਪਾਰਟਨਰ, ਦੈਟ ਰੀਅਲੀ ਹੈਲਪਫੁਲ। ਪਰ ਅਮਿਤ ਜੀ ਅੱਜ ਕੱਲ੍ਹ ਪੰਜਾਬੀ ਮੂਵੀਜ਼ ਦਾ ਮੁਕਾਮ ਦਿਨ ਬ ਦਿਨ ਚੇਂਜ ਹੁੰਦਾ ਜਾ ਰਿਹਾ। ਪਹਿਲਾਂ ਸਿਰਫ ਪੰਜਾਬ ਤੱਕ ਸੀਮਿਤ ਸੀ, ਜੱਟਾਂ ਦੀ ਮੂਵੀਆਂ ਬਣਦੀਆਂ ਸੀ, ਸਿਰਫ ਕਿ ਖੇਤ ਤੱਕ ਹੀ ਸੀਮਿਤ ਹੈ, ਪਰ ਅੱਜ ਕੈਨੇਡਾ, ਆਸਟ੍ਰੇਲੀਆ, UK, ਅਮਰੀਕਾ ਹਰ ਪਾਸੇ ਸ਼ੂਟਿੰਗਸ ਹੋ ਰਹੀਆਂ, ਸਵਿਟਜ਼ਰਲੈਂਡ ਤੱਕ ਸ਼ੂਟਿੰਗ ਹੋ ਰਹੀ ਹੈ। ਲੇਕਿਨ ਅੱਜ ਜਿਹੜਾ ਬਜਟ ਹੈ ਨਾ, ਉਹ ਬਜਟ ਪਹਿਲਾਂ ਜਿਹੜਾ 1 ਕਰੋੜ 2 ਕਰੋੜ ਦਾ ਹੁੰਦਾ ਸੀ, ਅੱਜ ਉਹ 50 ਕਰੋੜ 100 ਕਰੋੜ ਦਾ ਪਹੁੰਚ ਗਿਆ। ਤੁਹਾਨੂੰ ਲੱਗਦਾ ਹੈ ਕਿ ਇੰਨਾ ਰਿਟਰਨ ਵਾਪਸ ਮਿਲ ਜਾਂਦਾ ਪੰਜਾਬੀ ਮੂਵੀਜ਼ ਵਿੱਚ ਸਪੈਸ਼ਲੀ? ਨਹੀਂ, ਪੰਜਾਬੀ ਮੂਵੀਜ਼ ਦੇ ਵਿੱਚ ਇਟ ਰੀਅਲੀ ਡਿਪੈਂਡਸ ਕਿ ਵਾਟ ਕਾਈਂਡ ਆਫ ਪ੍ਰੋਡਕਸ਼ਨ ਜਾਂ ਕਿਸ ਤਰ੍ਹਾਂ ਦੀ ਮੂਵੀ ਬਣ ਰਹੀ ਹੈ, ਬਟ ਆਈ ਨੋ ਇਟਸ ਲਾਈਕ ਇਫ ਯੂ ਲਾਈਕ ਹਿੱਟ ਅਬਵ 20 ਕਰੋੜਸ ਇਨ ਪੰਜਾਬੀ ਮੂਵੀ, ਇਟਸ ਗੋਨਾ ਬੀ ਰੀਅਲੀ ਵਾਂਸ ਇਨ ਅ ਵਾਈਲ ਕੋਈ ਇੱਦਾਂ ਦੀ ਮੂਵੀਜ਼ ਆਉਂਦੀਆਂ ਜਿਹੜੀਆਂ ਵਧੀਆ ਹੁੰਦੀਆਂ, ਉਹਦੇ ਵਿੱਚ ਰਿਕਵਰੀ ਜ਼ਰੂਰ ਹੋ ਜਾਂਦੀ ਹੈ। But for as a producers, like you know, up to like 5-7 crores is a good enough of amount ਜੇ ਪੰਜਾਬੀ original movie ਤੁਸੀਂ ਬਣਾਣੀ ਹੈ। But ਇਸ ਤੋਂ ਉੱਪਰ ਥੋੜਾ ਜਿਹਾ ਡਰ ਤਾਂ ਹੁੰਦਾ ਹੀ ਹੈ, ਕਿਉਂਕਿ because we don't know ਕਿ how it's gonna be public ਦੇ reviews ਜਾਂ demand ਕੀ ਆਏਗੀ ਉਹਦੇ ਵਿੱਚ। ਤੁਸੀਂ ਸ਼ੋਅ ਵੀ ਆਰਗੇਨਾਈਜ਼ ਕਰਦੇ ਹੋ, ਕਿਸ ਤਰ੍ਹਾਂ ਦੇ ਸ਼ੋਅ ਆਰਗੇਨਾਈਜ਼ ਕਰਦੇ ਹੋ? ਕਿਉਂਕਿ ਪੰਜਾਬੀ ਗਾਣਿਆਂ ਦੀ ਬਹੁਤ ਡਿਮਾਂਡ ਰਹਿੰਦੀ ਹੈ, ਬਾਲੀਵੁੱਡ ਸੌਂਗਸ ਦੀ ਬਹੁਤ ਡਿਮਾਂਡ ਰਹਿੰਦੀ ਹੈ, ਇਵਨ ਪਾਕਿਸਤਾਨੀ ਸਿੰਗਰਸ ਦੀ ਬਹੁਤ ਡਿਮਾਂਡ ਰਹਿੰਦੀ ਹੈ। ਸੋ ਅਮਿਤ ਜੁਨੇਜਾ ਜੀ ਜਦੋਂ ਸ਼ੋਅ ਆਰਗੇਨਾਈਜ਼ ਕਰਦੇ ਨੇ, ਕਿਸ ਚੀਜ਼ ਦਾ ਧਿਆਨ ਰੱਖਦੇ ਨੇ? It's all it's a teamwork, it's not me only. So ਸਾਰੀ ਜਿਹੜੀ ਟੀਮ ਹੈਗੀ ਹੈ, we do Hindi shows, Punjabi and Pakistani artist shows. Okay. So yearly at least 5 to 7 shows ਹੋ ਜਾਂਦੇ ਹੈਗੇ ਆ ਜਿਹੜੇ ਅਸੀਂ ਆਰਗੇਨਾਈਜ਼ ਕਰਦੇ ਹਾਂ ਸਿਆਟਲ ਦੇ ਵਿੱਚ। ਕੋਈ ਪਾਈਪਲਾਈਨ ਸ਼ੋਜ਼ ਹੈਗੇ ਨੇ? Yeah, 10th of May it's coming ਸੁਨੀਤੀ ਚੌਹਾਨ ਜੀ, ਐਂਡ ਉਸ ਤੋਂ ਬਾਅਦ 25th of May ਇੱਕ ਹੋਰ ਪੰਜਾਬੀ ਵਿਸਾਖੀ ਮੇਲਾ ਹੈਗਾ, ਮਿਸ ਰੁਪਿੰਦਰ ਹਾਂਡਾ ਐਂਡ ਹਰਜੀਤ ਹਰਮਨ ਐਂਡ ਮਿਸਟਰ ਚੀਮਾ ਜੀ, ਐਂਡ ਉਸ ਤੋਂ ਬਾਅਦ ਪਾਕਿਸਤਾਨੀ ਇੱਕ ਆਰਟਿਸਟ ਆਪਣੇ ਮਿਸਟਰ ਆਰਿਫ ਲਾਹੌਰ ਜੀ ਜੀ ਜੀ, Sufi is my like you know favorite touch here, ਤੇ ਉਹ 3 shows ਤਾਂ already planned ਹੈਗੇ in next 3 months। ਠੀਕ ਹੈ, ਹੁਣ ਅਸੀਂ ਟਿਪੀਕਲ ਤੁਹਾਡੀ ਅਮਰੀਕਨ ਚਾਹਾਂਗਾ ਕਿ ਐਜ਼ ਅ ਬੀਇੰਗ ਜਿਸ ਬਹੁਤ ਅਮਰੀਕਾ ਦੇ ਤਜਰਬਾ ਤੁਸੀਂ ਹਾਸਲ ਕੀਤਾ ਹੈ ਔਰ ਟਰੈਵਲ ਇੰਡਸਟਰੀ ਦਾ ਵੀ ਤਜਰਬਾ ਹਾਸਲ ਹੈ, ਕਿਉਂਕਿ ਜਦੋਂ ਅਸੀਂ ਏਜੰਟਸ ਦੀ ਗੱਲ ਕਰਦੇ ਹਾਂ ਤਾਂ ਸਾਡੇ ਦਿਮਾਗ ਵਿੱਚ ਨਾ ਬਹੁਤ ਸਾਰਿਆਂ ਦੇ ਸਵਾਲ ਸਾਹਮਣੇ ਆਉਂਦੇ। ਅੱਜ ਬਹੁਤ ਸਾਰੇ ਯੂਥ ਹੈਗਾ ਜਿਹੜਾ ਪੰਜਾਬ ਤੋਂ, ਹਰਿਆਣਾ ਤੋਂ, UP ਤੋਂ, ਜਿਹੜਾ ਅਮਰੀਕਾ ਨਹੀਂ ਬਲਕਿ ਕੈਨੇਡਾ, ਆਸਟ੍ਰੇਲੀਆ, UK ਹਰ ਪਾਸੇ ਜਾਣਾ ਚਾਹੁੰਦਾ ਹੈ। ਉਹਨਾਂ ਦੇ ਵੀਜ਼ੇ ਲੱਗ ਜਾਂਦੇ, ਬਹੁਤ ਚੰਗੀ ਗੱਲ ਹੈ। ਅਗਰ ਨਹੀਂ ਵੀਜ਼ੇ ਲੱਗਦੇ ਤਾਂ ਵੀ ਉਹ ਜੰਗਲਾਂ 'ਚ ਹੋ ਕੇ ਇੱਥੇ ਪਹੁੰਚਦੇ ਨੇ। ਬੀਇੰਗ ਐਜ਼ ਅ ਟਰੈਵਲ ਸਰਵਿਸਿਜ਼ ਤੁਸੀਂ ਜਦੋਂ ਪ੍ਰੋਵਾਈਡ ਕਰਦੇ ਹੋ, ਤੁਸੀਂ ਇਸ ਰਸਤੇ ਨੂੰ ਕਿਸ ਤਰ੍ਹਾਂ ਨਾਲ ਦੇਖਦੇ ਹੋ ਕਿ ਇਹ ਰਸਤੇ ਸਹੀ ਹੈ? ਦੇਖੋ, ਕਮਿੰਗ ਕਿਸੇ ਵੀ ਕੰਟਰੀ ਦੇ ਵਿੱਚ ਆਪਣਾ ਹੋਮ ਟਾਊਨ ਛੱਡ ਕੇ, ਆਪਣਾ ਲਾਈਕ ਯੂ ਨੋ ਇੰਡੀਆ ਨੂੰ ਛੱਡ ਕੇ ਜਦੋਂ ਤੁਸੀਂ ਕਿਸੇ ਵੀ ਕੰਟਰੀ ਦੇ ਵਿੱਚ ਬਾਹਰ ਜਾਂਦੇ ਹੋ, always a two ways, like one is legal, one is illegal. So ਜਦੋਂ ਤੁਸੀਂ illegal way ਨਾਲ ਆਉਂਦੇ ਹੋ, there are like different opportunities hit ਕਰਦੀਆਂ ਤੁਹਾਨੂੰ, because you are free to do anything, any kind of work here. ਜੀ, so legally work ਕਰ ਸਕਦੇ ਹੈਗੇ ਹੋ।
ਜਦੋਂ ਇਲੀਗਲ ਤੁਸੀਂ ਆਉਂਦੇ ਹੈਗੇ ਹੋ ਇਟਸ ਲਾਈਕ ਰੀਅਲੀ ਹਾਰਡ ਟੂ ਸਰਵਾਈਵ। ਸੋ ਇੱਥੇ ਆਉਣ ਤੋਂ ਬਾਅਦ ਵਰਕ ਪਰਮਿਟ ਨਹੀਂ ਹੈਗਾ, ਲਾਈਕ ਯੂ ਹੈਵ ਟੂ ਲੁੱਕ ਜੌਬਸ ਜਿਹੜੀਆਂ ਕੈਸ਼ ਜੌਬਸ ਕਹਿ ਲਓ ਤੁਸੀਂ, ਅੰਡਰ ਦਾ ਟੇਬਲ ਜਿਹੜੀਆਂ ਕੁਛ ਮਿਲ ਜਾਣ। ਅਤੇ ਫॉर द ਪੀਪਲ ਆਈ ਨੋ, ਹੁਣ ਜੇ ਮੈਂ ਇਹੀ ਕਹਿ ਰਿਹਾ ਕਿ ਸਾਰੇ ਲੀਗਲ ਵੇ ਨਾਲ ਆਓ ਇੱਥੇ, ਅਤੇ ਉਹ ਮਤਲਬ ਆਈ ਨੋ ਇਟਸ ਗੋਨਾ ਹਰਟ ਲੋਟ ਆਫ ਪੀਪਲ ਬਿਕੋਜ਼ ਅਮੈਰੀਕਾ ਜਾਂ ਹੋਰ ਕੰਟਰੀਜ਼ ਦੇ ਵਿੱਚ ਜਾਣਾ ਇਟਸ ਨਾਟ ਦੈਟ ਈਜ਼ੀ ਲੀਗਲ ਵੇ ਦੇ ਨਾਲ। ਇਲੀਗਲ ਵੇ ਦੇ ਨਾਲ ਤਾਂ ਬਿਲਕੁਲ ਮੈਂ ਤਾਂ ਇਹੀ ਕਹੂੰਗਾ ਕਿ ਨਹੀਂ ਆਉਣਾ ਚਾਹੀਦਾ, ਬਿਕੋਜ਼ ਆਪਣੀ ਲਾਈਫ ਰਿਸਕ 'ਤੇ ਇੱਕੋ ਵਾਰੀ ਲਾਈਫ ਮਿਲਣੀ ਹੈ ਵਾਲੀ, ਜਿਹੜਾ ਆਪਣਾ ਨੂੰ ਮਿਲਿਆ ਜੀਵਨ ਮਿਲਿਆ ਆਪਾਂ ਨੂੰ, ਅਤੇ ਇਟਸ ਅ ਵਨ ਟਾਈਮ ਥਿੰਗ। ਐਂਡ ਜਿਹੜੀ ਜਰਨੀ ਹੈ ਇਲੀਗਲ ਵੇ ਦੇ ਨਾਲ ਤੁਸੀਂ ਇੱਥੇ ਆਉਂਦੇ ਹੋ, ਟਰੈਵਲ ਏਜੰਟਸ ਅਗੇਨ ਇਸੇ ਕਰਕੇ ਲੋਕ ਸੁਣ ਕੇ ਥੋੜ੍ਹਾ ਡਰਦੇ ਹੈ ਕਿ ਪਤਾ ਨਹੀਂ ਅਸੀਂ ਰਾਈਟ ਟਰੈਵਲ ਏਜੰਟ ਦੇ ਹੱਥ ਵਿੱਚ ਹੈਗੇ ਕਿ ਨਹੀਂ ਹੈਗੇ, ਵੀ ਅਸੀਂ ਪਹੁੰਚ ਪਾਵਾਂਗੇ ਕਿ ਨਹੀਂ। ਬਟ ਇਲੀਗਲ ਵੇ ਦੇ ਨਾਲ ਤਾਂ ਬਿਲਕੁਲ ਇੱਥੇ US ਦੇ ਵਿੱਚ ਜਾਂ ਕਿਸੇ ਵੀ ਕੈਨੇਡਾ ਕਿਸੇ ਵੀ ਕੰਟਰੀ ਦੇ ਵਿੱਚ ਜਾਂਦੇ ਹੋ ਤੁਸੀਂ, ਇਟਸ ਨਾਟ ਸੇਫ। ਪਰ ਕੁਝ ਸਾਲ ਪਹਿਲਾਂ ਤੱਕ ਤਾਂ ਜਿਹੜੀਆਂ ਸਰਕਾਰਾਂ ਸੀ ਉਹ ਵੀ ਨਰਮ ਸੀ, ਕਿਉਂਕਿ ਜਦੋਂ ਵੀ ਕੋਈ ਇੱਥੇ ਆਉਂਦਾ ਸੀਗਾ ਇਲੀਗਲ ਵੇ ਨਾਲ ਵੀ ਆਉਂਦਾ ਸੀ, ਉਹਨਾਂ ਨੂੰ ਡਿਟੈਂਸ਼ਨ ਸੈਂਟਰ 'ਚ ਪਾ ਕੇ ਉਸ ਤੋਂ ਬਾਅਦ ਉਹਨੂੰ ਮੌਕਾ ਦਿੱਤਾ ਜਾਂਦਾ ਸੀ ਇੱਥੇ। ਬਟ ਅੱਜ ਜਿਹੜੀਆਂ ਸਰਕਾਰਾਂ ਨੇ, ਟਰੰਪ ਗਵਰਨਮੈਂਟ ਜਿਹੜੀ ਹੈਗੀ ਉਹ ਬਹੁਤ ਜ਼ਿਆਦਾ ਸਟ੍ਰਿਕਟ ਹੋ ਚੁੱਕੀ ਹੈ। ਇੱਥੇ ਡਿਟੈਂਸ਼ਨ ਸੈਂਟਰ ਤੋਂ ਉਹਨਾਂ ਨੂੰ ਵਾਪਸ ਡਿਪੋਰਟ ਕੀਤਾ ਜਾ ਰਿਹਾ ਹੈ, ਔਰ ਲੋਕੀ ਰੋ ਰਹੇ ਨੇ ਜਿਨ੍ਹਾਂ ਨੇ 50 ਲੱਖ ਰੁਪਏ ਖਰਚ ਕਰਕੇ ਅਸੀਂ ਇੱਥੇ ਆਏ ਸੀ, ਅਤੇ ਡੈਫੀਨੇਟਲੀ ਉਹ ਅੱਜ ਰੋ ਰਹੇ ਕਿ ਉਹਨਾਂ ਨੂੰ ਵਾਪਸ ਭੇਜਿਆ ਜਾ ਰਿਹਾ। ਸੋ ਡੈਫੀਨੇਟਲੀ ਗੱਲ ਹੈ ਕਿ ਅੱਜ ਉਹ ਸਮਾਂ ਨਹੀਂ ਰਿਹਾ ਜੋ ਪਹਿਲਾਂ ਸੀ। ਕੀ ਕਹਿਣਾ ਚਾਹੋਗੇ? ਦੇਖੋ ਗਵਰਨਮੈਂਟਸ ਜ਼ਰੂਰ ਚੇਂਜ ਹੁੰਦੀਆਂ ਰਹਿਣਗੀਆਂ, ਦੇਅਰ ਪਾਲਿਸੀਜ਼ ਆਰ ਲਾਈਕ ਓਨਲੀ ਐਵਰੀਬਡੀ ਹੈਜ਼ ਦ ਸੇਮ ਪਾਲਿਸੀ ਕਿ ਅਸੀਂ ਜਿਹੜੀਆਂ ਇਲੀਗਲ ਐਕਟੀਵਿਟੀਜ਼ ਹੈ ਉਹਨੂੰ ਅਸੀਂ ਕਿੱਦਾਂ ਸਟਾਪ ਕਰੀਏ। ਇਹ ਹੁਣ ਟਰੰਪ ਗਵਰਨਮੈਂਟ ਨੇ ਥੋੜ੍ਹਾ ਜਿਹਾ ਇਹਨਾਂ ਨੇ ਜ਼ਿਆਦਾ ਸਟ੍ਰਿਕਨੈਸ ਕਰ ਦਿੱਤੀ ਹੈਗੀ ਹੈ ਕਿ ਪ੍ਰੀਵੀਅਸਲੀ ਜੋ ਚੱਲਦਾ ਰਿਹਾ ਸਟਿਲ ਹੈਪਨਿੰਗ, ਬਟ ਦੇ ਆਰ ਵੈਰੀ ਸਟ੍ਰਿਕਟ ਕਿ ਇਸ ਡੇਟ ਤੋਂ ਬਾਅਦ ਜਾਂ ਇਸ ਡੇਟ ਤੱਕ ਕੋਈ ਵੀ ਜਿਹੜੇ ਵੀ ਆ ਰਹੇ ਹੈਗੇ ਆ ਵੀ ਹੈਵ ਟੂ ਸੈਂਡ ਦੈਮ ਬੈਕ। ਐਂਡ ਹੁਣ ਤੁਸੀਂ ਇਹਨਾਂ ਨੂੰ ਅਮਰੀਕਨ ਗਵਰਨਮੈਂਟ ਨੂੰ ਗਲਤ ਤਾਂ ਨਹੀਂ ਕਹਿ ਸਕਦੇ, ਵੀ ਡੂ ਫੀਲ ਬੈਡ ਕਿ ਜਿਹੜੇ ਆਲਰੇਡੀ ਲੋਕ ਆ ਗਏ ਹੋਏ ਆ, ਇੰਨੇ ਪੈਸੇ ਸਪੈਂਡ ਕਰਕੇ ਉੱਥੇ ਇੰਡੀਆ ਦੇ ਵਿੱਚ ਆਪਣੀਆਂ ਜ਼ਮੀਨਾਂ ਜਾਇਦਾਦਾਂ ਵੇਚ ਕੇ ਇੱਥੇ ਪਹੁੰਚੇ ਹੈਗੇ ਆ। ਵੀ ਫੀਲ ਬੈਡ ਫॉर them, ਬਟ ਐਜ਼ ਅ US ਗਵਰਨਮੈਂਟ ਦੇ ਜਿਹੜੇ ਰੂਲਸ ਹੈਗੇ ਆ ਐਂਡ ਵੀ ਹੈਵ ਟੂ ਕੰਪਲਾਈ। ਬਿਲਕੁਲ ਸੋ ਵੈਰੀ ਸਟ੍ਰਿਕਟ ਹੈਗੇ ਆ। ਤੋ ਲਾਈਕ ਇਲੀਗਲ ਵੇ ਦੇ ਨਾਲ ਤਾਂ ਅਗੇਨ ਉਹੀ ਸੇਮ ਹੀ ਗੱਲ ਹੈ ਕਿ ਨਾ ਹੀ ਆਉਣ ਇੱਥੇ ਤਾਂ ਬੈਟਰ ਹੈ, ਬਿਕੋਜ਼ ਪੈਸੇ ਵੀ ਉੱਧਰੋਂ ਵੀ ਪੈਸੇ ਚਲੇ ਗਏ, ਪ੍ਰੋਪਰਟੀਜ਼ ਵੀ ਚਲੀਆਂ ਗਈਆਂ, ਅਤੇ ਇੱਥੇ ਆ ਕੇ ਫਿਰ ਵੀ ਜੇ ਕੁਛ ਨਹੀਂ ਬਣਦਾ ਹੈਗਾ, ਕੇਸ ਨਹੀਂ ਕਲੀਅਰ ਹੁੰਦਾ ਜਾਂ ਦੇ ਆਰ ਸੈਂਡਿੰਗ ਦੈਮ ਬੈਕ, ਜਿੱਦਾਂ ਨਿਊਜ਼ ਵਿੱਚ ਆਉਂਦਾ ਹੀ ਰਿਹਾ ਹੈਗਾ। ਸੋ ਦੋਨੋਂ ਸਾਈਡ 'ਤੇ ਵਿਚਾਰੇ ਜਿਹੜੇ ਸਟੂਡੈਂਟਸ ਹੈ ਜਾਂ ਬੱਚੇ ਹੈਗੇ ਆ ਯੰਗ ਏਜ ਵਿੱਚ ਹੀ ਜਿਹੜੇ ਹੈਗੇ ਆਉਣਾ ਚਾਹੁੰਦੇ ਇੱਥੇ, ਤੇ ਇਟਸ ਰੀਅਲੀ ਹਾਰਡ ਫॉर them to survive। ਬਿਲਕੁਲ, ਕਿਉਂਕਿ ਇੱਥੇ ਆ ਕੇ ਵੀ ਉਹਨਾਂ ਨੂੰ ਕੁਝ ਬਣ ਨਹੀਂ ਰਿਹਾ, ਪਿੱਛੇ ਵੀ ਉਹਨਾਂ ਨੇ ਕਈ ਆਪਣੀਆਂ ਜ਼ਮੀਨਾਂ ਗਿਰਵੀ ਰੱਖੀਆਂ ਨੇ ਜਾਂ ਵੇਚ ਕੇ ਇੱਥੇ ਪਹੁੰਚੇ ਨੇ, ਔਰ ਸਾਰਾ ਪੈਸਾ ਉਹਨਾਂ ਦਾ ਵੇਸਟ ਜਾ ਚੁੱਕਾ ਹੈ। ਬਿਲਕੁਲ ਤੁਸੀਂ ਠੀਕ ਹੈ, ਲੇਕਿਨ ਇੱਕ ਜਿਹੜਾ ਪਾਇਦਾਨ ਹੈ ਉਹ ਹਮੇਸ਼ਾ ਖਾਲੀ ਰਿਹਾ ਪੰਜਾਬੀਆਂ ਦਾ, ਕਿਉਂਕਿ ਅਸੀਂ ਆਪਣੇ ਬੱਚਿਆਂ ਨੂੰ ਹਮੇਸ਼ਾ ਕਹਿੰਦੇ ਹਾਂ ਕਿ ਬੇਟਾ ਤੁਸੀਂ ਵੱਡੇ ਹੋ ਕੇ IT ਇੰਡਸਟਰੀ ਜਾਣਾ ਹੈ, ਬਿਜ਼ਨਸ ਕਰਨਾ ਹੈ, ਲਾਅ ਮੇਕਰ ਬਣਨਾ, ਤੁਸੀਂ ਲਾਇਰ ਬਣਨਾ ਹੈ, ਜਾਂ ਮੈਡੀਕਲ ਇੰਡਸਟਰੀ ਜਾਣਾ ਹੈ, ਜਾਂ ਚਾਹੁੰਦੇ ਵੀ ਪਹੁੰਚਣਾ ਪਹੁੰਚੋ। ਪਰ ਲੇਕਿਨ ਅਸੀਂ ਕਦੇ ਵੀ ਆਪਣੇ ਬੱਚਿਆਂ ਨੂੰ ਇਹ ਨਹੀਂ ਕਹਿੰਦੇ ਕਿ ਬੇਟਾ ਤੁਸੀਂ ਨਾ ਵੱਡੇ ਹੋ ਕੇ ਪੋਲੀਟਿਕਸ ਵਿੱਚ ਜਾਣਾ, ਪੋਲੀਟੀਸ਼ੀਅਨ ਬਣਨਾ। ਕਿਉਂ? ਇਹਦਾ ਕੀ ਰੀਜ਼ਨ ਹੈ? ਪੋਲੀਟੀਸ਼ੀਅਨ ਆਈ ਥਿੰਕ ਜਾਂ ਤਾਂ ਜਿੱਦਾਂ ਟਰੈਵਲ ਏਜੰਟਸ ਤੋਂ ਲੋਕ ਡਰਦੇ ਹੈਗੇ ਆ, ਪੋਲੀਟੀਸ਼ੀਅਨਸ ਤੋਂ ਵੀ ਥੋੜ੍ਹਾ ਜਿਹਾ ਡਰ ਲੱਗਦਾ ਹੈ ਕਿ ਇਟਸ ਐਨੀ ਪਰਸਨ ਆਫ ਦਾ ਮਾਈਂਡ ਸਮ ਟਾਈਮ, ਲਾਈਕ ਉਹ ਮਾਈਂਡ ਦੇ ਵਿੱਚ ਰਹਿੰਦਾ ਹੈ ਕਿ ਲਾਈਕ ਇਟਸ ਮਾਈਟ ਬੀ ਨਾਟ ਅ ਪ੍ਰੋਫੈਸ਼ਨਲਿਜ਼ਮ ਨਹੀਂ ਹੈ ਉਹਦੇ ਵਿੱਚ, ਜਾਂ ਕੁਛ ਇਟਸ ਨਾਟ ਅ ਪ੍ਰੋਫੈਸ਼ਨ ਆਫ ਦਾ ਪਰਸਨ ਕਿ ਇਹਨੇ ਤੋਂ ਮਤਲਬ ਜਿਹੜਾ ਐਵਰੀਡੇ ਰੂਟੀਨ ਹੈਗੀ ਹੈ ਜਾਂ ਬ੍ਰੈਡ ਐਂਡ ਬਟਰ ਨਹੀਂ ਹੈ। ਅਸੀਂ ਮਤਲਬ ਖਾਣਾ ਕਿੱਦਾਂ ਖਾਵਾਂਗੇ ਜੇ ਅਸੀਂ ਲਾਈਕ ਇਫ ਖਾਣਾ ਖਾ ਰਹੇ ਹਾਂ ਜਾਂ ਮਤਲਬ ਬਹੁਤ ਹੈਲਦੀ ਖਾਣਾ ਖਾ ਰਹੇ ਹਾਂ, ਦੈਟ ਮੀਨਸ ਕਿ ਮਾਈਟ ਬੀ ਹੀ ਇਜ਼ ਨਾਟ ਅ ਗੁੱਡ ਪੋਲੀਟੀਸ਼ੀਅਨ। ਜੀ ਜਾਂ ਆਪਣੇ ਜੇ ਇੰਡੀਆ ਦੇ ਵੀ ਦੇਖਿਆ ਜਾਏ ਤਾਂ ਇਟਸ ਲਾਈਕ ਪੋਲੀਟਿਕਸ ਇਜ਼ ਆਲਵੇਜ਼ ਦੇਅਰ, ਬਟ ਅਮਰੀਕਾ ਦੇ ਵਿੱਚ ਵੀ ਆਪਣੇ ਹੁਣ ਆਪਣੀ ਜਿਹੜੀ ਸਪੈਸ਼ਲੀ ਇੰਡੀਅਨ ਕਮਿਊਨਿਟੀ ਹੈ, ਇਟਸ ਨਾਟ ਦੈਟ ਈਵਨ ਮੈਂ ਸੁਣਿਆ ਨਹੀਂ ਕਿਸੇ ਨੂੰ ਸੇਮ ਗੱਲ ਤੁਸੀਂ ਜਿੱਦਾਂ ਕਹਿ ਰਹੇ ਹੋ ਕਿ ਲਾਈਕ ਯੂ ਸ਼ੁੱਡ ਬਿਕਮ ਅ ਪੋਲੀਟੀਸ਼ੀਅਨ। ਪਰ ਅਸੀਂ ਜਦੋਂ ਨੇਬਰ ਕੰਟਰੀ ਦੀ ਗੱਲ ਕਰਦੇ ਹਾਂ US ਦੀ, ਕਿਉਂਕਿ ਕੈਨੇਡਾ ਵਿੱਚ ਬਹੁਤ ਸਾਰੇ ਮੈਂਬਰ ਪਾਰਲੀਮੈਂਟਸ, ਪੰਜਾਬੀ ਪਾਰਲੀਮੈਂਟਸ, ਇੰਡੀਅਨ ਕਮਿਊਨਿਟੀ ਦੇ ਮੈਂਬਰ ਪਾਰਲੀਮੈਂਟ ਜਿੱਤ ਕੇ ਸਾਹਮਣੇ ਆਏ ਨੇ, ਨਾ ਸਿਰਫ ਇੰਡੀਅਨ ਕਮਿਊਨਿਟੀ ਦੀ ਗੱਲ ਕਰ ਰਹੇ ਨੇ ਬਲਕਿ ਬਲੈਕ ਕਮਿਊਨਿਟੀ, ਵਾਈਟ ਕਮਿਊਨਿਟੀ ਦੀ ਵੀ ਗੱਲ ਬੜੇ ਜ਼ੋਰਾਂ ਸ਼ੋਰਾਂ ਨਾਲ ਪਾਰਲੀਮੈਂਟ ਵਿੱਚ ਚੁੱਕੀ ਜਾ ਰਹੀ ਹੈ। ਪਰ ਜਦੋਂ ਅਸੀਂ ਅਮਰੀਕਾ ਦੇਖਦੇ ਹਾਂ, ਅਮਰੀਕਾ ਬਹੁਤ ਖਾਲੀ ਪਿਆ ਹੈ। ਬਹੁਤ ਸਾਰੇ ਇੰਡੀਅਨ ਕਮਿਊਨਿਟੀ ਦੇ ਲੋਕ ਅੱਗੇ ਆ ਰਹੇ ਨੇ, ਯੰਗਸਟਰਸ ਕੋਸ਼ਿਸ਼ ਕਰਦੇ ਨੇ ਕਿ ਅਸੀਂ ਕਿਸੇ ਵੱਡੇ ਪਾਇਦਾਨ 'ਤੇ ਪਹੁੰਚੀਏ, ਪਰ ਉਸ ਤਰ੍ਹਾਂ ਸਾਨੂੰ ਵੋਟ ਨਹੀਂ ਮਿਲ ਪਾ ਰਹੀ ਕਿ ਅਸੀਂ ਜਿੱਤ ਸਕੀਏ। ਆਈ ਥਿੰਕ ਜੇ ਆਪਾਂ ਨੇਬਰ ਕੰਟਰੀ ਦੀ ਗੱਲ ਕਰੀਏ, ਦੇਅਰ ਜਨਰੇਸ਼ਨਸ ਆਰ ਲਾਈਕ 5th or 6th ਜਨਰੇਸ਼ਨਸ ਗੋਇੰਗ ਔਨ ਰਾਈਟ ਨਾਓ। ਆਪਣੇ ਅਮਰੀਕਾ ਦੇ ਵਿੱਚ ਲਾਈਕ ਪੀਪਲ ਆਰ ਕਮਿੰਗ
ਹਲੇ ਤਾਂ ਆਈ ਥਿੰਕ ਸੈਕੰਡ ਜਨਰੇਸ਼ਨ ਜਿਹੜੀ ਆਪਣੇ ਆਪ ਨੂੰ ਸਟੈਬਲਿਸ਼ ਕਰ ਰਹੇ ਇੱਥੇ ਕਿ ਅਸੀਂ ਕਿਸ ਤਰ੍ਹਾਂ ਸਟੈਬਲਿਸ਼ ਹੋਈਏ। ਉਸ ਤੋਂ ਬਾਅਦ ਇਨ ਕਮਿੰਗ ਫਿਊਚਰ ਟਾਈਮ ਦੇ ਵਿੱਚ ਲਾਈਕ ਵਟ ਵੀ ਆਰ ਸੀਇੰਗ ਥਰੂ, ਵਟ ਵੀ ਆਰ ਗੋਇੰਗ ਥਰੂ, and should be, there should be a good politicians and ਜਿਹੜੇ ਹੈਗੇ ਆ ਆਪਣੇ ਪਹੁੰਚਣਗੇ ਜ਼ਰੂਰ ਇੱਥੇ ਇਸ ਮੁਕਾਮ ਤੱਕ ਪਹੁੰਚਣਗੇ ਕਿ ਹਾਂ ਲੋਕ ਕਹਿ ਸਕਣ ਕਿ they are like we are proud based Indian based politicians here. ਆਮੀਨ। ਬਿਲਕੁਲ। ਸੋ ਜਾਂਦੇ ਜਾਂਦੇ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਕਿ ਉਹ USA ਟਰੈਵਲ ਨੂੰ ਕਿਉਂ ਚੂਜ਼ ਕਰਨ, ਕਿਉਂ ਸਰਵਿਸਿਜ਼ ਨੂੰ ਚੂਜ਼ ਕਰਨ USA ਟਰੈਵਲ ਦੀਆਂ? ਦੇਖੋ USA ਟਰੈਵਲ ਦੀ ਸਰਵਿਸਿਜ਼ ਜਿਹੜੀਆਂ ਹੈਗੀਆਂ ਤੁਸੀਂ ਚੂਜ਼ ਕਰ ਰਹੇ ਹੋ ਐਂਡ ਆਈ ਐਮ ਰੀਅਲੀ ਥੈਂਕਫੁਲ ਪਹਿਲੇ ਤਾਂ ਕਿ ਇੱਥੇ ਤੱਕ ਪਹੁੰਚਣਾ ਇਟਸ ਨਾਟ ਬਿਕੋਜ਼ ਆਫ ਮਾਈ ਐਂਡ ਮਾਈ ਫੈਮਿਲੀ ਹਾਰਡ ਵਰਕ, ਇਟਸ ਬਿਕੋਜ਼ ਆਫ ਦ ਸਪੋਰਟ ਆਈ ਗੋਟ ਇਟ ਫਰੋਮ ਦ ਕਮਿਊਨਿਟੀ ਜੀ, ਜਿਨ੍ਹਾਂ ਨੇ ਹਰ ਵੇਲੇ ਮੇਰਾ ਸਪੋਰਟ ਕੀਤਾ। ਮੇਰੇ ਫਰੈਂਡਸ ਜਿਹੜੇ ਵੀ ਆਪਣੇ ਸਾਰੇ ਜਿਹੜੇ ਸਪੋਰਟ ਕਰਦੇ ਰਹੇ ਸ਼ੁਰੂ ਤੋਂ ਹੀ ਲੈ ਕੇ ਐਂਡ ਹੁਣ ਤੱਕ ਸਪੋਰਟ ਕਰ ਰਹੇ ਆ। ਤੇ ਸਰਵਿਸਿਜ਼ ਵਾਸਤੇ ਤੁਸੀਂ ਜਸਟ ਗੋ ਵਿਦ ਦ ਰਾਈਟ ਟਰੈਵਲ ਏਜੰਟ। ਜਦੋਂ ਵੀ ਤੁਸੀਂ ਕਿਤੇ ਵੀ ਜਾਂਦੇ ਹੈਗੇ ਹੋ, ਆਮ ਨਾਟ ਸੇਇੰਗ ਬਿਕੋਜ਼ ਸਾਰੇ ਮੇਰੇ ਕੋਲ ਨਹੀਂ ਆ ਪਾਣਗੇ ਜਾਂ ਸਾਰਿਆਂ ਦੇ ਆਪਣੇ ਆਪਣੇ ਕੰਟੈਕਟਸ ਰਿਲੇਸ਼ਨਸ ਹੈਗੇ, ਜਿੱਥੇ ਵੀ ਤੁਸੀਂ ਜਾਓ ਜਸਟ ਮੇਕ ਸ਼ੋਰ ਵਟ ਐਵਰ ਯੂ ਆਰ ਡੂਇੰਗ ਜਸਟ ਡੂਇੰਗ ਇਨ ਅ ਕਰੈਕਟ ਵੇ। ਪੇਮੈਂਟ ਮੈਥਡਸ ਕੀ ਯੂਜ਼ ਕਰ ਰਹੇ ਹੈਗੇ ਹੋ ਐਂਡ ਆਪਣੇ ਪੇਮੈਂਟਸ ਜਿਹਨੂੰ ਦੇ ਰਹੇ ਹੈਗੇ ਹੋ, ਹੀ ਇਜ਼ ਅ ਰਿਲਾਇਬਲ ਪਰਸਨ, ਯੂ ਕੈਨ ਚੈੱਕ ਦ ਹਿਸਟਰੀ ਆਫ ਦੈਟ ਪਰਸਨ। ਜਾਂ ਜੇ ਲੋਕਲ ਕਮਿਊਨਿਟੀ ਦੇ ਵਿੱਚ ਤੁਹਾਨੂੰ ਇੱਕ ਦੂਸਰੇ ਤੋਂ ਪਤਾ ਲੱਗ ਜਾਏਗਾ ਕਿ ਹੀ ਇਜ਼ ਅ ਰਾਈਟ ਪਰਸਨ ਟੂ ਵਰਕ ਵਿਦ। Yeah, we will be happy ਅਗਰ to ਕਿਸੇ ਨੇ help USA you. ਟਰੈਵਲ ਸਰਵਿਸਿਜ਼ ਨੂੰ ਕੰਟੈਕਟ ਕਰਨਾ ਕਿਵੇਂ ਕਰ ਸਕਦੇ? So website है USA Travel Guru and .com. अपने ऑफिस का नंबर हैगा 2538670450 and one office in Bothell and Kent. अपने locations है 2 locations जिथे ਅਸੀਂ walk-ins take care करते हैं and कोई भी any kind of emergency है या कुछ हैगा तो you can always call us anytime and we will try to help you. ਚਲੋ ਬਹੁਤ ਬਹੁਤ ਸ਼ੁਕਰੀਆ ਅਮਿਤ ਜੀ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਔਰ ਵੱਖ-ਵੱਖ ਮੁੱਦਿਆਂ ਤੇ ਬੇਤੜਕ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਦੇ ਲਈ। It was always pleasure. Great seeing you today. Thank you ਜੀ। ਸੋ ਇਹ ਸੀ ਅਮਿਤ ਜੁਨੇਜਾ ਜੀ, ਫਾਊਂਡਰ USA ਟਰੈਵਲ ਸਰਵਿਸਿਜ਼ ਹੈ, ਜਿਨ੍ਹਾਂ ਨੇ ਬੇਤੜਕ ਤਰੀਕੇ ਨਾਲ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਅੱਜ ਸਕੈਮ ਬਹੁਤ ਜ਼ਿਆਦਾ ਹੋ ਰਹੇ ਹਨ। ਇੰਟਰਨੈਟ ਦੀ ਜਿਹੜੀ ਵਰਤੋਂ ਹੈ ਬਹੁਤ ਗਲਤ ਹੋ ਰਹੀ ਹੈ ਕਿਉਂਕਿ ਅਲੱਗ-ਅਲੱਗ ਵੈਬਸਾਈਟਸ ਤੁਹਾਡੇ ਸਾਹਮਣੇ ਖੁੱਲ ਚੁੱਕੀਆਂ ਨੇ ਜਿਨ੍ਹਾਂ ਨੂੰ ਤੁਸੀਂ ਯੂਜ਼ ਕਰਦੇ ਹੋ, ਜੋ ਤੁਹਾਨੂੰ ਬਹੁਤ ਹੀ ਘੱਟ ਪ੍ਰਾਈਸ ਵਿੱਚ ਦੱਸਦੇ ਨੇ ਕਿ ਅਸੀਂ ਤੁਹਾਨੂੰ ਸਰਵਿਸਿਜ਼ ਪ੍ਰੋਵਾਈਡ ਕਰ ਰਹੇ ਹਾਂ, ਪਰ ਕਿਤੇ ਨਾ ਕਿਤੇ ਉਹਨਾਂ ਦਾ ਜਿਹੜਾ ਹੈਗਾ ਇਸਤੇਮਾਲ ਸੋਚ ਸਮਝ ਕੇ ਕਰਨਾ ਚਾਹੀਦਾ ਹੈ ਕਿਉਂਕਿ ਸਿਰਫ ਪੈਸੇ ਦੀ ਲਾਲਚ ਪਿੱਛੇ ਕਿ ਮੈਨੂੰ ਕਿਤੇ $100 ਘੱਟ ਦੀ ਟਿਕਟ ਮਿਲ ਰਹੀ ਹੈ, ਬਟ ਰਿਲਾਇਬਲ ਸੋਰਸਿਸ ਦੇ ਥਰੂ ਤੁਸੀਂ ਜ਼ਰੂਰ ਜਾਓ, ਕੋਸ਼ਿਸ਼ ਕਰੋ। USA ਟਰੈਵਲ ਮਿਸਟਰ ਅਮਿਤ ਜੁਨੇਜਾ ਇੱਥੇ ਤੁਹਾਡੀ ਹੈਲਪ ਕਰਨ ਲਈ ਬੈਠੇ ਨੇ, ਇਹਨਾਂ ਕੋਲ ਪਹੁੰਚੋ ਔਰ ਡੈਫੀਨਿਟਲੀ ਹਰ ਤਰ੍ਹਾਂ ਦੀ ਜਿਹੜੀ ਮਦਦ ਹੈ ਤੁਹਾਨੂੰ ਮਿਲੇਗੀ। ਅਗਲੇ ਹਫਤੇ ਦ ਬਿਗ ਪੁਆਇੰਟ ਵਿੱਚ ਇੱਕ ਹੋਰ ਸ਼ਖਸ ਨਾਲ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਮੈਨੂੰ ਯਾਨੀ ਬਲਵਿੰਦਰ ਸਿੰਘ ਵਿਰਮਾਨੀ ਨੂੰ ਦਿਓ ਇਜਾਜ਼ਤ। ਧੰਨਵਾਦ।